ਜੋ ਕੁਝ ਕਰਨਾ ਹੈ ਤੂੰ ਬਸ ਮੈਨੂੰ ਦੱਸ ਕੇ ਕਰ, ਮੈਂ ਵਿੱਚ ਇਨਵੋਲਵ ਹੋਵਾਂ ਹਰ ਚੀਜ਼ 'ਚ। ਫੋਰ ਐਗਜ਼ਾਮਪਲ ਤੂੰ ਰੋਟੀ ਖਾਣੀ ਹੈ ਨਾ, ਰੋਟੀ ਤੈਨੂੰ ਫ੍ਰੀ ਆ, ਰੋਟੀ ਤੈਨੂੰ ਮਿਲੂਗੀ ਨਾ, ਤੈਨੂੰ ਖਰਚਾ ਪੂਰਾ ਮਿਲੇਗਾ, ਪਰ ਤੂੰ ਕਿੱਥੇ ਜਾਣਾ ਹੈ, ਕਿੱਥੇ ਆਉਣਾ ਹੈ, ਕਿਹਦੇ ਨਾਲ ਬੋਲਣਾ ਹੈ, ਕਿਹਦੇ ਨਾਲ ਤੂੰ ਖਾ ਸਕਦੀ ਹੈ ਬੈਠ ਕੇ, ਕਿਹਦੇ ਨਾਲ ਤੂੰ ਕਿਹਨੂੰ ਮਿਲ ਸਕਦੀ ਹੈ, ਉਹ ਮੇਰੇ ਹੁਕਮ ਨਾਲ ਹੋਊਗਾ। ਵਨਸ ਇਨ ਏ ਵੀਕ ਇੱਕ ਮਰਡਰ ਹੁੰਦਾ ਹੈ ਆਸਟ੍ਰੇਲੀਆ ਦੇ ਵਿੱਚ ਵੀ, ਉਹ ਆਸਟ੍ਰੇਲੀਆ ਵਾਈਡ ਹੈ, ਉਹਦੇ ਵਿੱਚ ਗੋਰੇ ਚਿੱਟੇ ਸਾਰੇ, ਪੀਲੇ ਕਾਲੇ ਸਾਰੇ, ਮੀਨਸ ਮਲਟੀਕਲਚਰਲ ਕਮਿਊਨਿਟੀ ਦੇ ਵਿੱਚ ਇਹ ਹੁੰਦਾ। ਇਹ ਕਹਿਣਾ ਬਹੁਤ ਜ਼ਰੂਰੀ ਹੈ ਕਿ ਅਸੀਂ ਉੱਥੇ ਮਾਈਨੋਰਿਟੀ 'ਚ ਹਾਂ, ਅਸੀਂ ਇੱਥੇ ਵੀ ਮਾਈਨੋਰਿਟੀ 'ਚ ਹਾਂ ਪੰਜਾਬੀ, ਅਤੇ ਉੱਥੇ ਵੀ ਮਾਈਨੋਰਿਟੀ 'ਚ ਹਾਂ। ਉਹਨਾਂ ਮਾਈਨੋਰਿਟੀ 'ਚ ਇੱਕ ਲੋਕੇਸ਼ਨ 'ਚ ਅਸੀਂ ਰਹਿੰਦੇ ਹਾਂ, ਉਹਨੂੰ ਕਹਿ ਲਓ ਕਿ ਵੈਸਟਰਨ ਸਿਡਨੀ ਹੈ, ਉਹਦੇ ਵਿੱਚ ਪਿਛਲੇ 3 ਸਾਲਾਂ 'ਚ ਇੱਕ ਛੋਟੇ ਜਿਹੇ ਏਰੀਆ 'ਚ ਕਹਿੰਦੇ ਹਾਂ 2 ਪੰਜਾਬੀਆਂ ਦੇ ਮਰਡਰ ਹੋਏ ਹਨ। ਦਾਨ ਮਿਊਟ ਦੇਖ ਰਹੇ ਹੋ ਤੁਸੀਂ, ਮੈਂ ਗੁਰਨੀਤ ਹਾਂ ਤੁਹਾਡੇ ਨਾਲ। ਅਦੀਬ ਅਜ਼ੀਜ਼ ਦੋਸਤੋ, ਇੱਕ ਮਰਤਬਾ ਫਿਰ ਤੋਂ ਪ੍ਰੋਗਰਾਮ ਸੰਵਾਦ ਦੇ ਵਿੱਚ ਆਪ ਸਭ ਦਾ ਸਵਾਗਤ ਕਰਦੇ ਹਾਂ। ਔਰਤਾਂ ਬਾਬਤ ਅਕਸਰ ਇਹ ਕਿਹਾ ਜਾਂਦਾ ਹੈ ਕਿ ਲੰਬੀ ਕਹਾਣੀ ਹਾਂ, ਮੁੱਕੀ ਨਹੀਂ ਹਾਂ, ਪਰ ਮੈਂ ਤੇਰੇ ਪੈਰ ਦੀ ਜੁੱਤੀ ਨਹੀਂ ਹਾਂ। ਜਦੋਂ ਅਸੀਂ ਵੂਮਨ ਇੰਪਾਵਰਮੈਂਟ ਦੀ ਗੱਲ ਕਰਦੇ ਹਾਂ, ਔਰਤਾਂ ਦੇ ਉਸ ਲੈਵਲ ਦੀ ਗੱਲ ਕਰਦੇ ਹਾਂ ਕਿ ਅੱਜ ਦੇ ਸਮਾਜ ਦੇ ਵਿੱਚ ਔਰਤ ਦਾ ਲੈਵਲ ਹੈ ਜਿਹੜਾ ਉਹ ਮਰਦ ਦੇ ਬਰਾਬਰ ਆ ਗਿਆ ਹੈ। ਕਿਸੇ ਵੀ ਤਰ੍ਹਾਂ ਦੀ ਕੋਈ ਪਾਰਸ਼ੈਲਿਟੀ ਨਹੀਂ ਕੀਤੀ ਜਾਂਦੀ, ਕੋਈ ਵਿਤਕਰਾ ਨਹੀਂ ਕੀਤਾ ਜਾਂਦਾ। ਪਰ ਕੀ ਸਮਾਜ ਦੇ ਧੁਰ ਅੰਦਰ ਤੱਕ ਜਾ ਕੇ ਅਸੀਂ ਇਹਨਾਂ ਫੈਕਟਸ ਨੂੰ ਘੋਕ ਕੇ ਦੇਖਿਆ ਹੈ? ਸ਼ਾਇਦ ਨਹੀਂ। ਵਿਮਨ ਇੰਪਾਵਰਮੈਂਟ ਦੀ ਗੱਲ ਕਰਦੀ ਇੱਕ ਇਸ ਤਰ੍ਹਾਂ ਦੀ ਸੰਸਥਾ ਜੋ ਇਸ ਖੇਤਰ ਦੇ ਵਿੱਚ ਬਹੁਤ ਜ਼ਿਆਦਾ ਕੰਮ ਕਰ ਰਹੀ ਹੈ, ਲੋਕ ਭਲਾਈ ਦੀ ਖੇਤਰ ਦੇ ਵਿੱਚ ਕਾਫੀ ਜ਼ਿਆਦਾ ਕੰਮ ਕਰ ਰਹੀ ਹੈ, ਔਰ ਵਿਮਨ ਦੀ ਅੱਜ ਦੇ ਸਮਾਜ ਦੇ ਵਿੱਚ ਕਿਸ ਤਰ੍ਹਾਂ ਦੀ ਪੋਜੀਸ਼ਨ ਹੈ, ਇਹਨਾਂ ਤਮਾਮ ਗੱਲਾਂ ਉੱਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੇ ਸਭ ਦੇ ਨਾਲ ਰਾਬਤਾ ਕਾਇਮ ਕਰਾਂਗੇ। ਅਤੇ ਇਹਨਾਂ ਚੀਜ਼ਾਂ ਦੇ ਲਈ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਹਰਿੰਦਰ ਕੌਰ ਵਾਲੀਆ ਹਰਮਨ ਫਾਊਂਡੇਸ਼ਨ ਤੋਂ, ਅਤੇ ਨਾਲ ਹੀ ਉਹਨਾਂ ਦੇ ਹਸਬੈਂਡ ਮਨਿੰਦਰ ਸਿੰਘ। ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਥੈਂਕ ਯੂ ਜੀ। ਸਭ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਜਾਣਨਾ ਚਾਹਾਂਗੀ ਕਿ ਜੋ ਹਰਮਨ ਫਾਊਂਡੇਸ਼ਨ ਹੈ, ਇਸ ਦਾ ਆਗਾਜ਼ ਕਦੋਂ ਹੋਇਆ? ਕਦੋਂ ਤੁਹਾਡੇ ਜ਼ਿਹਨ ਦੇ ਵਿੱਚ ਇਹ ਆਈਡੀਆ ਆਇਆ ਕਿ ਸਾਨੂੰ ਹਰਮਨ ਫਾਊਂਡੇਸ਼ਨ ਨਾਮ ਦੀ ਕੋਈ ਸੰਸਥਾ ਬਣਾਉਣੀ ਚਾਹੀਦੀ ਹੈ? ਹਰਮਨ ਫਾਊਂਡੇਸ਼ਨ ਦਾ ਜਿਹੜਾ ਆਗਾਜ਼ ਹੈ 2013 ਵਿੱਚ ਹੋਇਆ ਸੀਗਾ, ਅਤੇ ਉਹਦਾ ਜਿਹੜਾ ਪਿਛੋਕੜ ਹੈ ਬਹੁਤ ਹੀ ਟ੍ਰੈਜਿਕਲੀ ਅਸੀਂ ਆਪਣੇ ਇੱਕ ਦੌਰ ਤੋਂ ਲੰਘੇ ਹਾਂ, ਜਦੋਂ ਕਹਿ ਲਓ ਕਿ ਦੁਨੀਆ ਦੀਆਂ ਸਾਰੀਆਂ ਦਾਤਾਂ, ਤੁਹਾਨੂੰ ਐਂ ਲੱਗਦਾ ਹੈ ਕਿ ਸਭ ਕੁਝ ਖਤਮ ਹੋ ਗਿਆ ਤੁਹਾਡਾ, ਜਦੋਂ ਅਸੀਂ ਆਪਣੇ ਹੀ ਅੱਖਾਂ ਦੇ ਅੱਗੇ ਆਪਣਾ 27 ਸਾਲਾਂ ਦਾ ਬੱਚਾ ਬੇਟਾ ਖੋਇਆ, ਹਰਮਨਪ੍ਰੀਤ ਸਿੰਘ, ਜਿਹੜਾ ਕਿ ਕਾਰ ਐਕਸੀਡੈਂਟ ਦੇ ਵਿੱਚ ਅਕਤੂਬਰ 2012 ਦੇ ਵਿੱਚ ਪੂਰਾ ਹੋਇਆ ਸੀਗਾ। ਅਤੇ ਉਹ ਜਿਹੜਾ ਸਾਲ ਹੈ ਉਹ 2012 ਤੋਂ ਲੈ ਕੇ 13 ਤੱਕ ਅਸੀਂ ਪਤਾ ਨਹੀਂ ਉਹ ਦਿਨ ਕਿੱਦਾਂ ਕੱਢੇ, ਅਤੇ ਰਾਤ ਦਿਨ ਇੱਦਾਂ ਹੀ ਲੱਗਦਾ ਸੀਗਾ ਕਿ ਦੁਨੀਆ ਖਤਮ ਹੋ ਗਈ ਹੈ, ਜਾਂ ਜਿੱਥੇ ਬੈਠੇ ਹਾਂ ਉੱਥੇ ਬੈਠੇ ਹੀ ਰਹਿਣਾ। ਪਰ ਨਾਲ ਨਾਲ ਇੱਕ ਵਿਚਾਰ ਮੰਚ ਬਣ ਰਿਹਾ ਸੀਗਾ ਕਿ ਜਿਸ ਦੌਰ 'ਚ ਅਸੀਂ ਲੰਘ ਰਹੇ ਹਾਂ, ਸ਼ਾਇਦ ਅਸੀਂ ਇਕੱਲੇ ਨਹੀਂ ਹਾਂ, ਪਰ ਉਹ ਕੌਣ ਹਨ, ਉਹਨਾਂ ਨੂੰ ਕੌਣ ਸਪੋਰਟ ਕਰਦਾ ਹੈ? ਕਿਉਂਕਿ ਜਿਸ ਵੇਲੇ ਸਾਡੇ ਨਾਲ ਬਹੁਤ ਵੱਡੀ ਇਹ ਟ੍ਰੈਜਡੀ ਹੋਈ, ਸਾਨੂੰ ਕਮਿਊਨਿਟੀ ਨੇ ਬਹੁਤ ਸਪੋਰਟ ਕੀਤਾ। ਸਿਡਨੀ ਦੇ ਵਿੱਚ ਜਿਹੜੇ ਸਾਡੇ ਸਗੀ ਸੰਬੰਧੀ ਸੀਗੇ ਬਹੁਤ ਨਾਲ ਜੁੜੇ ਸਾਡੇ ਨਾਲ, ਅਤੇ ਉਹ ਕੁਛ ਸਾਡਾ ਹਾਲਾਤ ਤਾਂ ਸਾਡੇ ਨਹੀਂ ਬਦਲ ਸਕੇ ਸਨ, ਕਿਉਂਕਿ ਹਾਲਾਤ ਗੁਰੂ ਸਾਹਿਬ ਨੇ ਜੋ ਸਾਨੂੰ ਸਾਡੇ 'ਤੇ ਪਰਚਾ ਹੀ ਪੈਂਦਾ ਇੱਕ ਤਰ੍ਹਾਂ ਦਾ। ਅਤੇ ਪਰ ਇਹ ਹੈ ਕਿ ਯਕੀਨਨ ਇਹ ਹੈ ਕਿ ਸਗੀ ਸੰਬੰਧੀ ਜਿਹੜੇ ਦੋਸਤ ਮਿੱਤਰ ਹਨ, ਜਿਹੜੇ ਬਹੁਤ ਸਾਡੇ ਹਮਾਇਤੀ ਸਨ, ਉਹ ਸਾਡੇ ਨਾਲ ਖੜ੍ਹੇ ਰਹੇ, ਹੁਣ ਤੱਕ ਵੀ ਖੜ੍ਹੇ ਹਨ। ਅਤੇ ਉਸ ਵੇਲੇ ਸਾਨੂੰ ਨਹੀਂ ਲੱਗਦਾ ਸੀਗਾ ਕਿ ਇਸ ਤਰ੍ਹਾਂ ਦੀ ਕੋਈ ਸੰਸਥਾ ਹੈ। ਕਾਫੀ ਲੱਭੀ ਅਸੀਂ, ਇੰਟਰਨੈਟ 'ਤੇ ਵੀ ਲੱਭੀ, ਕਿ ਜਿਹੜੀ ਕਿ ਇਹ ਸਾਡੀਆਂ ਅਸੀਂ ਜਿਹੜੇ ਪਿਛੋਕੜ ਤੋਂ ਹਾਂ, ਪੰਜਾਬੀ ਬੋਲਦੇ ਹਾਂ, ਪੰਜਾਬੀ ਹਾਂ, ਜਾਂ ਇਸ ਤਰ੍ਹਾਂ ਦੀ ਮਲਟੀਕਲਚਰਲ ਕੋਈ ਕਮਿਊਨਿਟੀ ਹੈ, ਕੋਈ NGO ਹੈ। ਅਤੇ ਉੱਥੋਂ ਬਸ ਹੌਲੀ ਹੌਲੀ ਵਿਚਾਰ ਆਉਂਦੇ ਅਤੇ ਇਹ ਫਿਰ ਅਸੀਂ ਅਕਤੂਬਰ 2013 ਦੇ ਵਿੱਚ ਉਹਦੀ ਫਸਟ ਐਨੀਵਰਸਰੀ 'ਤੇ ਇਹਨੂੰ ਅਨਾਊਂਸ ਕੀਤਾ ਸੀਗਾ। ਜੀ, ਜਦੋਂ ਵੂਮਨ ਇੰਪਾਵਰਮੈਂਟ ਦੀ ਅਸੀਂ ਗੱਲ ਕਰਦੇ ਹਾਂ ਤਾਂ ਤੁਹਾਡੇ ਕੋਲ ਇਸ ਤਰ੍ਹਾਂ ਦੇ ਬਹੁਤ ਸਾਰੇ ਕੇਸਿਸ ਆਉਂਦੇ ਆ ਜਿਹੜੇ ਅੱਜ ਦੇ ਜ਼ਮਾਨੇ ਦੇ ਵਿੱਚ ਵੀ ਜਿਹੜੀ ਡੋਮੈਸਟਿਕ ਵਾਇਲੈਂਸ ਦੇ ਦੌਰ ਦੇ ਵਿੱਚੋਂ ਔਰਤਾਂ ਲੰਘ ਰਹੀਆਂ ਨੇ, ਤਾਂ ਕੀ ਮਨ ਦੇ ਵਿੱਚ ਖਿਆਲ ਨਹੀਂ ਆਉਂਦਾ ਕਿ ਵੂਮਨ ਇੰਪਾਵਰਮੈਂਟ ਅੱਜ ਦੇ ਜ਼ਮਾਨੇ 'ਚ ਕਿੱਥੇ ਹੈ? ਮੈਂ ਗੱਲ ਕਰਨੀ ਚਾਹਾਂਗਾ ਵੀ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਪਹਿਲੇ ਗੱਲ ਕੀਤੀ ਸੀ,
ਗੁਰੂ ਨਾਨਕ ਸਾਹਿਬ ਨੇ ਜਿਸ ਤਰ੍ਹਾਂ ਕਿਹਾ ਵੀ ਉਹ ਸੋ ਕਿਉਂ ਮੰਦਾ ਆਖੀ ਹੈ ਜਿਤ ਜੰਮੇ ਰਾਜਾਨ। ਜੀ ਦੇਖੋ ਅੱਜ ਤੋਂ 550 ਸਾਲ ਪਹਿਲੇ ਗੁਰੂ ਨਾਨਕ ਸਾਹਿਬ ਨੇ ਇਹ ਗੱਲ ਕੀਤੀ ਔਰ ਸਾਰੀ ਦੁਨੀਆ ਨੂੰ ਹੁੰਗਾਰਾ ਮਾਰਿਆ ਵੀ ਤੁਸੀਂ ਔਰਤਾਂ ਨੂੰ ਕਿਉਂ ਨੀਵਾਂ ਦਿਖਾਉਂਦੇ ਹੋ ਜਾਂ ਉਹਨਾਂ 'ਤੇ ਕਿਉਂ ਜ਼ੁਲਮ ਕਰਦੇ ਹੋ। ਅਤੇ ਉਹੀ ਇੰਪਾਵਰਮੈਂਟ ਦੀ ਅਸੀਂ ਹੁਣ ਫਿਰ ਗੱਲ ਕਰਦੇ ਹਾਂ 550 ਸਾਲ ਪਹਿਲਾਂ। ਅਤੇ ਅਸੀਂ ਜੇ ਗੁਰੂ ਸਾਹਿਬ ਦੀ ਸਿੱਖਿਆ ਨੂੰ ਮੰਨੀਏ ਅਤੇ ਵੂਮਨਸ ਦੇ ਆਰ ਇਕੁਅਲੀ ਦੇ ਸ਼ੁਡ ਬੀ ਇਕੁਅਲੀ ਐਮਪਾਵਰਡ। ਅਤੇ ਸਭ ਤੋਂ ਵੱਡੀ ਐਮਪਾਵਰਮੈਂਟ ਦੀ ਜਿਹੜੀ ਮੈਂ ਪਰਸਨਲੀ ਫੀਲ ਕਰਦਾ ਹਾਂ ਵੀ ਉਹਨਾਂ ਨੂੰ ਉਹਨਾਂ ਦੇ ਪੇਰੈਂਟਸ ਸੋਸਾਇਟੀ ਉਹਨਾਂ ਨੂੰ ਸਭ ਤੋਂ ਪਹਿਲੇ ਅੱਛੀ ਐਜੂਕੇਸ਼ਨ ਦਿਓ ਤਾਂ ਕਿ ਉਹ ਫਾਈਨੈਂਸ਼ੀਅਲੀ ਇੰਨੀਆਂ ਸਟਰੋਂਗ ਹੋ ਜਾਣ ਤਾਂ ਕਿ ਉਹਨਾਂ ਨੂੰ ਇਹ ਨਾ ਲੱਗੇ ਵੀ ਕੱਲ੍ਹ ਕੋਈ ਬੰਦਾ ਉਹਨਾਂ ਨਾਲ ਜ਼ੁਲਮ ਕਰ ਰਿਹਾ ਜਾਂ ਉਹਨਾਂ 'ਤੇ ਕੋਈ ਤਸ਼ੱਦਦ ਕਰ ਰਿਹਾ ਹੈ ਜਾਂ ਕੋਈ ਸੁਸਾਇਟੀ ਉਹਨਾਂ ਨੂੰ ਅਵੇਅਰਨੈਸ ਹੋਏ। ਅਤੇ ਸਭ ਤੋਂ ਵੱਡੀ ਜਿਹੜੀ ਇੰਪਾਵਰਮੈਂਟ ਹੋਈ ਉਹਨਾਂ ਦੀ ਐਜੂਕੇਸ਼ਨ ਅਤੇ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਐਮਪਲੋਇਮੈਂਟ ਹੈ ਉਹ ਇੰਨੀ ਉਹਨਾਂ ਨੂੰ ਮਦਦ ਕਰੇਗੀ ਤਾਂ ਕਿ ਉਹ ਆਦਮੀ ਦੇ ਨਾਲ ਸਟੈਂਡ ਕਰਕੇ ਕੱਲ੍ਹ ਕਹਿ ਸਕਦੀਆਂ ਹਨ ਕਿ ਬਈ ਅਸੀਂ ਫਾਈਨੈਂਸ਼ੀਅਲੀ ਸਟਰੋਂਗ ਹਾਂ ਅਤੇ ਆਪਣਾ ਡਿਸੀਜ਼ਨ ਆਪ ਲੈ ਸਕਦੀਆਂ ਹਨ। ਜੀ ਦੋਸਤੋ, ਤੁਹਾਨੂੰ ਦੱਸ ਦਈਏ ਕਿ ਜੋ ਔਰਤਾਂ ਘਰੇਲੂ ਹਿੰਸਾ ਦਾ ਸ਼ਿਕਾਰ ਹੁੰਦੀਆਂ ਨੇ, ਹਰਮਨ ਫਾਊਂਡੇਸ਼ਨ ਵੱਲੋਂ ਉਹਨਾਂ ਨੂੰ ਸਹਾਰਾ ਦਿੱਤਾ ਜਾਂਦਾ ਹੈ, ਉਹਨਾਂ ਨੂੰ ਇੱਕ ਸੇਫ ਜਿਹੜੀ ਜਗ੍ਹਾ ਹੈ ਉਹ ਪ੍ਰੋਵਾਈਡ ਕਰਾਈ ਜਾਂਦੀ ਹੈ। ਇਸ ਤਰ੍ਹਾਂ ਦੇ ਬਹੁਤ ਸਾਰੇ ਕਿੱਸੇ ਨੇ ਇਹਨਾਂ ਦੀ ਇਸ ਹਿਸਟਰੀ ਦੇ ਵਿੱਚ ਜਦ ਤੋਂ ਇਹਨਾਂ ਨੇ ਹਰਮਨ ਫਾਊਂਡੇਸ਼ਨ ਸ਼ੁਰੂ ਕੀਤੀ ਹੈ। ਸੋ ਹਰਿੰਦਰ ਜੀ, ਤੁਸੀਂ ਕੋਈ ਇਸ ਤਰ੍ਹਾਂ ਦਾ ਕਿੱਸਾ ਸਾਡੇ ਨਾਲ ਸਾਂਝਾ ਕਰੋ ਜਦੋਂ ਤੁਹਾਡੇ ਕੋਲ ਕੋਈ ਫੀਮੇਲ ਆਈ ਹੋਵੇ, ਉਸਨੇ ਅਪਰੋਚ ਕੀਤਾ ਹੋਵੇ ਅਤੇ ਉਸਨੂੰ ਕਿਸ ਤਰ੍ਹਾਂ ਤੁਸੀਂ ਉਸ ਸੇਫ ਜਗ੍ਹਾ ਤੱਕ ਪਹੁੰਚਾਇਆ ਹੋਵੇ। ਤੁਸੀਂ ਮੈਨੂੰ ਇਹ ਬਹੁਤ ਵਧੀਆ ਸਵਾਲ ਕੀਤਾ ਕਿ ਕਿਸ ਤਰ੍ਹਾਂ ਦੇ ਕੇਸ ਆਉਂਦੇ ਹਨ। ਸੋ ਕੇਸ ਦੱਸਣ ਤੋਂ ਪਹਿਲਾਂ ਮੈਂ ਇਹ ਦੱਸਣਾ ਚਾਹੁੰਦੀ ਹਾਂ ਕਿ ਭਾਵੇਂ ਭਾਰਤ ਹੈ ਜਾਂ ਵਿਦੇਸ਼ ਹੈ, ਉਹ ਅਸੀਂ ਮਨੁੱਖੀ ਜਾਤ ਸੇਮ ਹੈ ਜਿੱਥੇ ਵੀ ਹੋ ਤੁਸੀਂ ਹੋ, ਹੈ ਨਾ। ਅਤੇ ਕੇਸਿਸ ਕਈ ਦੇਖਣ ਚਾਹੁੰਦੇ ਹਾਂ ਜਾਂ ਕਈ ਵਾਰ ਮੈਨੂੰ ਇਹ ਲੱਗਦਾ ਹੈ ਕਿ ਜਿੰਨੇ ਅਸੀਂ ਡੀਲ ਕੀਤੇ ਹਨ ਕਿ ਇੱਕ ਤਾਂ ਗਰੀਡ ਬਹੁਤ, ਜਿੱਦਾਂ ਲਾਲਚ, ਉਹਦਾ ਵੀ ਬਹੁਤ ਹੈਗਾ। ਲਾਲਚ ਹੈ, ਫਾਈਨੈਂਸ਼ੀਅਲ ਤੰਗੀ ਬੜੀ ਹੈ, ਮੁੰਡਾ ਸੈੱਟ ਨਹੀਂ ਹੋਇਆ ਵਿਦੇਸ਼ ਜਾ ਕੇ, ਉਹ ਹੁਣ ਸੈੱਟ ਕਰਵਾਓ, ਹੈ ਨਾ। ਜਾਂ ਫਿਰ ਐਕਸਪੈਕਟੇਸ਼ਨ ਹੀ ਬਹੁਤ ਹਾਈ ਸੀਗੀਆਂ ਅਤੇ ਵਾਈਸ ਵਰਸਾ। ਜੇ ਕੁੜੀਆਂ 'ਚ ਝੂਠ ਬੋਲਦੀਆਂ, ਮੁੰਡਿਆਂ 'ਤੇ ਇਲਜ਼ਾਮ ਲਾਉਂਦੀਆਂ, ਉਹ ਮੇਰੇ ਹਿਸਾਬ ਨਾਲ ਉਹਨਾਂ ਦੀ ਇਸ ਤਰ੍ਹਾਂ ਦੀ ਕਹਿ ਲਓ ਕਿ ਸ਼ਖਸੀਅਤ ਹੀ ਇਸ ਤਰ੍ਹਾਂ ਦੀ ਮਾੜੀ ਹੈ ਕਿਉਂਕਿ ਤੁਸੀਂ ਝੂਠ ਦੇ ਬੇਸ 'ਤੇ ਸਾਰਾ ਕੰਮ ਕਰਦੇ ਹੋ। ਸੋ ਮੇਰੇ ਦੇਖਣ 'ਚ ਬੜੇ ਸਾਰੇ ਕੇਸਿਸ ਹਨ, ਪਰ ਉਹਨਾਂ 'ਚ ਹੁਣੀ ਪਿੱਛੇ ਜੇ ਇੱਕ ਔਰਤ ਨੇ ਸਾਨੂੰ ਕੰਟੈਕਟ ਕੀਤਾ ਅਤੇ ਉਹਨੇ ਜਦੋਂ ਆਪਣੇ ਹਾਲਾਤ ਦੱਸੇ ਕਿ ਪਿਛਲੇ 8 ਸਾਲਾਂ ਤੋਂ ਮੈਂ ਇੰਨੀ ਮਾਰ ਖਾਈ ਹੈ ਕਿ ਮੈਨੂੰ ਕਹਿੰਦੀ ਪੈਰਾਂ ਤੋਂ ਫੜ ਕੇ ਮੰਜੇ 'ਤੇ ਮੈਂ ਪਈ ਹੁੰਦੀ ਸੀ, ਮੈਨੂੰ ਘਸੀਟ ਕੇ ਧੂ ਕੇ ਦੂਜੇ ਕਮਰੇ 'ਚ ਮੈਨੂੰ ਸਿੱਟ ਦਿੰਦਾ ਸੀਗਾ ਜਾਂ ਮੈਨੂੰ ਪੈਰਾਂ ਤੋਂ ਫੜ ਕੇ ਘੁਮਾ ਦਿੰਦਾ ਸੀਗਾ ਅਤੇ ਦੂਜੇ ਜੀਅ ਘਰ ਦੇ ਵੇਖਦੇ ਰਹਿੰਦੇ ਸੀ। ਹੁਣ ਇਹ ਕਹਿਣਾ ਬਹੁਤ ਗਲਤ ਹੈ ਕਿ ਮਰਦ ਔਰਤ 'ਤੇ ਜ਼ੁਲਮ ਕਰਦਾ ਹੈ। ਔਰਤ 'ਤੇ ਵੀ ਜ਼ੁਲਮ ਕਰ ਸਕਦੀ ਹੈ। ਜੇ ਤੁਸੀਂ ਔਰਤ ਹੋਣ ਦੇ ਨਾਤੇ, ਚਾਹੇ ਤੁਸੀਂ ਉਹ ਸੱਸ ਹੋ ਜਾਂ ਕੋਈ ਵੀ ਤੁਹਾਡੀ ਉਹਦਾ ਰਿਸ਼ਤਾ ਹੈ, ਜੇ ਤੁਸੀਂ ਉਹ ਜ਼ੁਲਮ ਦੇਖਦੇ ਹੋ, ਅਬਲਾ ਜਿਸ 'ਤੇ ਕਹਿੰਦੇ ਆ ਨਾ ਵੀ ਤੁਸੀਂ ਲਾਚਾਰ 'ਤੇ ਕਿਸ 'ਤੇ ਜ਼ੁਲਮ ਦੇਖਦੇ ਹੋ, ਉਹ ਜ਼ੁਲਮ ਤੋਂ ਵੀ ਮਾੜਾ ਹੈ। ਸੋ ਮੈਂ ਕਹਾਂਗੀ ਇਹ ਜ਼ਰੂਰੀ ਨਹੀਂ ਹੈ ਕਿ ਆਦਮੀ ਜ਼ੁਲਮ ਕਰਦਾ ਹੈ, ਉਸ 'ਚ ਜੇ ਔਰਤ, ਦੂਸਰੀ ਔਰਤ ਕਿਸੇ ਵੀ ਰੂਪ 'ਚ ਇਨਵੋਲਵ ਹੈ, ਮਾਂ, ਨਨਾਣ ਕਿਸੇ ਦੇ, ਅਤੇ ਉਹਨੂੰ ਤੁਸੀਂ ਰੋਕੋ, ਉਹਨੂੰ ਤੁਸੀਂ ਉਪਚਾਰ ਹਨ, ਜੇ ਨਹੀਂ ਬਣਦੀ ਪਰੇ ਹੋ ਜਾਓ। ਇਸ ਤਰ੍ਹਾਂ ਦੀ ਪਿੱਛੇ ਜੇ ਸ਼ਖਸੀਅਤ ਨੂੰ ਮਿਲਣ ਦਾ ਮੈਨੂੰ ਮੌਕਾ ਮਿਲਿਆ ਜਿਹਨੇ ਦੱਸਿਆ ਕਿ ਮੇਰੇ 2 ਬੱਚੇ ਹਨ ਅਤੇ ਮੇਰੇ ਨਾਲ ਇੱਦਾਂ ਜ਼ੁਲਮ ਹੁੰਦਾ ਰਿਹਾ 8 ਸਾਲ ਅਤੇ ਮੈਂ ਕਦੇ ਵੀ ਬਾਹਰ ਨਹੀਂ ਆਈ, ਮੈਂ ਕਦੇ ਵੀ ਨਹੀਂ ਦੱਸਣਾ ਚਾਹੁੰਦੀ ਸੀ ਕਿ ਮੇਰੇ ਨਾਲ ਇਹ ਹੁੰਦਾ ਹੈ। ਅਤੇ ਕਹਿੰਦੀ ਮੈਂ ਆਪਣਾ ਜਦੋਂ ਵੀ ਕੋਈ ਘਰ 'ਚ ਆਉਣਾ ਅਤੇ ਮੈਨੂੰ ਇੱਦਾਂ ਪੇਸ਼ ਕੀਤਾ ਜਾਂਦਾ ਸੀ ਕਿ ਐਵਰੀਥਿੰਗ ਇਜ਼ ਗੋਇੰਗ ਵੈਲ। ਅਤੇ ਇਸ ਤਰ੍ਹਾਂ ਦੇ ਕੇਸਿਸ ਆਉਂਦੇ ਹਨ ਜਿਹੜੇ ਕਿ ਤੁਹਾਡੇ ਰੌਂਗਟੇ ਖੜੇ ਹੋ ਜਾਂਦੇ ਹਨ। ਜੀ ਮਨਿੰਦਰ ਜੀ, ਤੁਹਾਨੂੰ ਨਹੀਂ ਲੱਗਦਾ ਕਿ ਕਈ ਵਾਰੀ ਇਸ ਤਰ੍ਹਾਂ ਦਾ ਵੀ ਹੋ ਜਾਂਦਾ ਹੈ ਜਾਂ ਤੁਹਾਡੇ ਨਾਲ ਇਸ ਤਰ੍ਹਾਂ ਦੇ ਕੇਸਿਸ ਵਾਪਰੇ ਹੋਣਗੇ? ਇੰਡੀਆ ਵਿੱਚ ਤਾਂ ਅਸੀਂ ਇੱਦਾਂ ਦੇ ਕੇਸਿਸ ਬਹੁਤ ਜ਼ਿਆਦਾ ਦੇਖਦੇ ਹਾਂ ਕਿ ਜ਼ਰੂਰੀ ਨਹੀਂ ਹੁੰਦਾ ਕਿ ਹਰ ਵਾਰ ਮੇਲਸ ਹੀ ਗਲਤ ਹੋਣ, ਕਈ ਵਾਰੀ ਫੀਮੇਲਸ ਦੀ ਗਲਤੀ ਵੀ ਹੁੰਦੀ ਹੈ, ਜਾਂ ਕਈ ਵਾਰ ਉਹਨਾਂ ਨੇ ਝੂਠੀ ਰਿਪੋਰਟ ਕਰਵਾ ਦਿੱਤੀ ਜਾਂ ਧੱਕੇ ਨਾਲ ਆਪਣੇ ਹਸਬੈਂਡ ਨੂੰ ਸਬਕ ਸਿਖਾਉਣ ਵਾਸਤੇ ਉਹ ਘਰੋਂ ਨਿਕਲ ਗਏ। ਇਸ ਤਰ੍ਹਾਂ ਦੇ ਕੇਸਿਸ ਕਦੇ ਫੇਸ ਨਹੀਂ ਕਰਨੇ ਪਏ? ਹਾਂਜੀ,
ਸਾਡੇ ਕੋਲ ਕੁਝ ਇਹੋ ਜਿਹੇ ਕੇਸਿਸ ਵੀ ਆਉਂਦੇ ਜਿੱਥੇ ਕਿ ਮੇਲ ਅਬਿਊਜ਼ ਹੁੰਦੀ ਹੈ ਤੇ ਜਦੋਂ ਉਹਨਾਂ ਨਾਲ ਗੱਲ ਕਰੀਦਾ ਤੇ ਅਸੀਂ ਮਹਿਸੂਸ ਕਰਦੇ ਹਾਂ, ਉਹਨਾਂ ਨਾਲ ਅਸੀਂ ਫੇਸ ਟੂ ਫੇਸ ਇੰਟਰਵਿਊਜ਼ ਵੀ ਕਰਦੇ ਹਾਂ ਬਈ ਇੱਥੇ ਮੇਲ ਨੂੰ ਹੈਲਪ ਚਾਹੀਦੀ ਹੈ ਰਾਦਰ ਦੈਨ ਫੀਮੇਲ। ਬਟ ਇਨ ਸੇਇੰਗ ਦੈਟ ਇਹ ਕਹਾਂਗਾ ਬਈ ਉੱਥੇ ਸਟੈਟਿਸਟਿਕਸ ਇਹ ਕਹਿੰਦੀਆਂ ਸਾਡੀਆਂ, ਮੈਨੂੰ ਇੰਡੀਆ ਬਾਰੇ ਤਾਂ ਮੈਂ ਸਟੈਟਿਸਟਿਕਸ ਨਹੀਂ ਜਾਣਕਾਰ ਇਸ ਵਕਤ, ਪਰ ਇਹ ਹੈ ਵੀ ਉੱਥੇ ਦੀਆਂ ਸਟੈਟਿਸਟਿਕਸ ਇਹ ਕਹਿੰਦੀ ਵੀ 95% ਜਿਹੜੀਆਂ ਫੀਮੇਲ ਅਫੈਕਟਡ ਹੈਗੀ ਹੈ ਡੋਮੈਸਟਿਕ ਵਾਇਲੈਂਸ ਦੇ ਕਾਰਨ, ਤੇ ਸਿਰਫ 5% ਜਿਹੜੇ ਹੈਗੇ ਆ ਮੇਲ ਅਫੈਕਟਡ ਹੈਗੇ ਆ। ਇਹ ਸੋ ਸਾਡੇ ਕੋਲ ਮੇਲ ਅਫੈਕਟਡ ਡੋਮੈਸਟਿਕ ਵਾਇਲੈਂਸ ਦੇ ਕੇਸਿਸ ਵੀ ਆਉਂਦੇ ਜਿਨ੍ਹਾਂ ਨਾਲ ਕਿ ਅਸੀਂ ਉਹਨਾਂ ਨੂੰ ਡੀਲ ਕਰਦੇ ਹਾਂ, ਉਹਨਾਂ ਦੀ ਵੀ ਕੇਸ ਮੈਨੇਜਮੈਂਟ ਕਰਦੇ ਹਾਂ, ਉਹਨਾਂ ਨੂੰ ਵੀ ਉਹੀ ਸਹੂਲਤਾਂ ਪ੍ਰੋਵਾਈਡ ਕਰਦੇ ਹਾਂ ਜਿਹੜੀਆਂ ਕਿ ਫੀਮੇਲ ਡੋਮੈਸਟਿਕ ਵਾਇਲੈਂਸ 'ਚ ਇਨਵੋਲਵ ਹੁੰਦੀਆਂ, ਅਤੇ ਅਸੀਂ ਉਹਨਾਂ ਨੂੰ ਉਸ ਤਰ੍ਹਾਂ ਹੀ ਸਪੋਰਟ ਕਰਦੇ ਹਾਂ ਜਿਸ ਤਰ੍ਹਾਂ ਕਿ ਫੀਮੇਲ ਕੈਂਡੀਡੇਟਸ ਨੂੰ ਕਰ ਸਕਦੇ ਹਾਂ। ਜੀ, ਇੱਕ ਕਮਿਊਨਿਟੀ ਵਾਸਤੇ ਜੋ ਪੰਜਾਬੀ ਕਮਿਊਨਿਟੀ ਹੈ, ਤੁਸੀਂ ਖਾਸ ਕਰ ਪਰਟੀਕੂਲਰਲੀ ਪੰਜਾਬੀ ਕਮਿਊਨਿਟੀ ਨੂੰ ਸਪੋਰਟ ਕਰਦੇ ਹੋ ਜਾਂ ਕੋਈ ਵੀ ਜੋ ਇਸ ਤੋਂ ਇਫੈਕਟਡ ਹੈ ਉਹ ਤੁਹਾਡੇ ਤੱਕ ਪਹੁੰਚ ਕਰ ਸਕਦਾ? ਕਿਉਂਕਿ ਆਸਟ੍ਰੇਲੀਆ ਜਿਹੜਾ ਹੈ ਨਾ ਜੀ, ਮਲਟੀ ਕਲਚਰਲ ਕੰਟਰੀ ਗਿਣਿਆ ਜਾਂਦਾ ਹੈਗਾ। ਉਸ ਦੇ ਵਿੱਚ ਗੌਰਮੈਂਟ ਇਹ ਚਾਹੁੰਦੀ ਹੈ ਵੀ ਹਰ ਤਰ੍ਹਾਂ ਦੀ ਜਿਹੜੀ ਕਮਿਊਨਿਟੀ ਹੈ ਮਲਟੀ ਕਲਚਰ, ਜਿਹਦੇ 'ਚ ਪੰਜਾਬੀ ਕਮਿਊਨਿਟੀ ਜਿਸ ਏਰੀਏ 'ਚ ਅਸੀਂ ਰਹਿੰਦੇ ਹਾਂ ਉਸ 'ਤੇ ਮੋਸਟਲੀ ਪੰਜਾਬੀ ਕਾਫੀ ਰਹਿੰਦੇ ਹਨ। ਅਤੇ ਅਸੀਂ ਜੋ ਵੀ ਗੌਰਮੈਂਟ ਨਾਲ ਲੇਇਨ ਪੈਦਾ ਕੀਤਾ ਹੈ, ਅਸੀਂ ਕਹਿੰਦੇ ਹਾਂ ਵੀ ਕਿਉਂਕਿ ਅਸੀਂ ਆਪ ਉਸ ਕਲਚਰ ਨੂੰ ਬਿਲੋਂਗ ਕਰਦੇ ਹਾਂ, ਅਸੀਂ ਇਸ ਕਮਿਊਨਿਟੀ ਨੂੰ ਕਲਚਰਲੀ ਸੈਂਸਿਟਿਵ ਅਸੀਂ ਵਰਡ ਯੂਜ਼ ਕਰਦੇ ਹਾਂ ਵੀ ਕਲਚਰਲੀ ਸੈਂਸਿਟਿਵ ਪੰਜਾਬੀ ਕਮਿਊਨਿਟੀ ਨੂੰ ਅਸੀਂ ਸਪੋਰਟ ਕਰਾਂਗੇ। ਸੋ ਅਸੀਂ ਉਹਨਾਂ ਨਾਲ ਸਾਡੀ ਜ਼ਿਆਦਾ ਰਾਬਤਾ ਹੁੰਦੀ ਹੈ। ਅਤੇ ਬਾਕੀ ਵੀ ਈਵਨ ਵਾਈਡਰ ਕਮਿਊਨਿਟੀ ਜਿਹੜੀ ਆਸਟ੍ਰੇਲੀਆ ਦੀ ਹੈ, ਔਜ਼ੀਜ਼ ਹੈਗੇ ਜਾਂ ਕੋਈ ਹੋਰ ਵੀ ਕਮਿਊਨਿਟੀ, ਉਹਨਾਂ ਨੂੰ ਵੀ ਸਪੋਰਟ ਕਰਦੇ ਹਾਂ ਜੋ ਸਾਨੂੰ 24/7 ਸਾਡੀ ਹੈਲਪਲਾਈਨ ਹੈ ਉਸ 'ਤੇ ਰਿੰਗ ਕਰਨ। ਕਿਸੇ ਤਰ੍ਹਾਂ ਦੀ ਵੀ ਹੈਲਪ ਚਾਹੀਦੀ ਹੈ ਅਪਾਰਟ ਫਰੋਮ ਡੋਮੈਸਟਿਕ ਵਾਇਲੈਂਸ, ਉਹਨਾਂ ਨੂੰ ਵੀ ਸਪੋਰਟ ਕਰਦੇ ਹਾਂ ਅਸੀਂ। ਜੀ, ਹਰਿੰਦਰ ਜੀ, ਸਾਨੂੰ ਇਹ ਦੱਸੋ ਕਿ ਤੁਹਾਨੂੰ ਜਿੰਨੇ ਸਾਲ ਹੋ ਗਏ ਆ ਕੰਮ ਕਰਦੇ ਆ, ਕਿੰਨੇ ਕੁ ਕੇਸਿਸ ਤੁਸੀਂ ਹੁਣ ਤੱਕ ਸੌਰਟ ਆਊਟ ਕਰ ਚੁੱਕੇ ਹੋ? ਔਰ ਜਿਸ ਘਰ ਦੇ ਵਿੱਚ ਤੁਸੀਂ ਰੱਖਦੇ ਹੋ ਉਹਨਾਂ ਦਾ ਰਹਿਣ ਸਹਿਣ, ਉਹਨਾਂ ਦਾ ਖਾਣਾ ਪੀਣਾ, ਐਵਰੀਥਿੰਗ ਜਦੋਂ ਮੈਨੇਜ ਕਰਦੇ ਹੋ ਤਾਂ ਬਿਟ ਆਬਵੀਅਸ ਹੈ ਕਿ ਉਸ ਵਾਸਤੇ ਫਾਈਨੈਂਸਿਸ ਚਾਹੀਦੇ ਹੋਣਗੇ, ਤਾਂ ਉਹ ਫਾਈਨੈਂਸਿਸ ਜਿਹੜੇ ਨੇ ਉਹ ਕਿੱਦਾਂ ਮੈਨੇਜ ਹੁੰਦੇ ਆ? ਹਾਂਜੀ, ਤੁਹਾਡਾ ਪਹਿਲਾ ਸਵਾਲ ਹੈ ਕਿ ਕਿੰਨੇ ਕੁ ਲੋਕ, ਤਕਰੀਬਨ 1000 ਤੋਂ ਉੱਪਰ ਜਦ ਤੋਂ ਅਸੀਂ ਸਾਡੀ ਸੰਸਥਾ ਬਣੀ ਹੈ ਅਤੇ ਔਰਤਾਂ ਅਤੇ ਉਹਨਾਂ ਦੇ ਬੱਚਿਆਂ ਦੀ ਅਸੀਂ ਮਦਦ ਕਰ ਚੁੱਕੇ ਹਾਂ। ਅਤੇ ਉਸ ਦੇ ਨਾਲ ਜਿੱਦਾਂ ਇਹਨਾਂ ਨੇ ਪਰਸੈਂਟੇਜ ਦੱਸੀ ਹੈ ਮਨਿੰਦਰ ਸਿੰਘ ਜੀ ਉਹਨਾਂ ਨੇ, 85 to 90% ਜਿਹੜੇ ਲੋਕ ਹੈ ਉਹ ਔਰਤਾਂ ਹਨ ਅਤੇ ਉਹਨਾਂ 'ਚੋਂ 15% ਮਰਦ ਹਨ। ਉਹ ਸੇਮ ਰੇਸ਼ੋ ਸਾਡੇ ਨਾਲ ਵੀ ਹੈ ਕਿ ਜੇ ਅਸੀਂ 85 ਔਰਤਾਂ ਦੀ ਮਦਦ ਕੀਤੀ ਹੈ ਤਾਂ ਉਹਦੇ ਨਾਲ 15 ਮਰਦ ਵੀ ਵਿੱਚ ਸ਼ਾਮਿਲ ਹਨ ਇਹਦੇ ਵਿੱਚ। ਸੋ ਸਭ ਤੋਂ ਜਿਹੜੀ ਵੱਡੀ ਗੱਲ ਇਹ ਆ ਜਾਂਦੀ ਹੈ, ਮੈਂ ਆਪ ਜੀ ਦੇ ਲਿਸਨਰਸ ਨੂੰ ਵੀ, ਦਰਸ਼ਕਾਂ ਨੂੰ ਵੀ ਦੱਸਣਾ ਚਾਹੁੰਦੀ ਹਾਂ, ਇਹ ਔਰਤ ਮਰਦ ਦਾ ਕੋਈ ਮਸਲਾ ਨਹੀਂ ਹੈ, ਇਹ ਮਸਲਾ ਹੈ ਜ਼ਰੂਰਤਾਂ ਦਾ। ਅਤੇ ਜਿਸ ਹਾਲਾਤ 'ਚ ਜੋ ਵੀ ਲੰਘ ਰਿਹਾ ਹੈ ਉਹਨੂੰ ਹਮੇਸ਼ਾ ਇਹ ਸੋਚਣਾ ਚਾਹੀਦਾ ਹੈ ਜਾਂ ਇਹ ਲੜ ਬੰਦ ਕੇ ਰੱਖੋ ਕਿ ਸਹਾਇਤਾ ਉਪਲਬਧ ਹੈ ਜੀ। ਅਤੇ ਜੇ ਤੁਸੀਂ ਸਭ ਤੋਂ ਪਹਿਲੀ ਜਿਹੜੀ ਗੱਲ ਹੈ ਪਰਿਵਾਰ ਦੇ ਵਿੱਚ ਹੀ ਉਹਨੂੰ ਨਿਪਟਾਓ, ਕਿਉਂਕਿ ਜੇ ਤੁਸੀਂ ਵਿਆਹੇ ਹੋ ਜਾਂ ਨਹੀਂ ਵਿਆਹੇ ਜਾਂ ਤੁਸੀਂ ਲਿਵਿੰਗ ਰਿਲੇਸ਼ਨ 'ਚ ਰਹਿ ਰਹੇ ਹੋ, ਜਿੱਦਾਂ ਵੀ ਹਾਲਾਤਾਂ 'ਚ ਰਹਿ ਰਹੇ ਹੋ, ਉਹ ਤੁਹਾਡਾ ਆਪਣੀ ਚੋਇਸ ਹੈ ਅਤੇ ਤੁਹਾਡੇ ਘਰਦਿਆਂ ਦੀ ਚੋਇਸ ਹੈ, ਅਤੇ ਉਹਨੂੰ ਉੱਥੇ ਹੀ ਨਿਪਟਾਓ। ਕਿਉਂਕਿ ਬਾਅਦ 'ਚ ਦੋਸ਼ ਲਾਉਣ ਦੀ ਕਿਸੇ 'ਤੇ ਵੀ ਲੋੜ ਨਹੀਂ, ਕਿਸੇ ਨੂੰ ਇਹ ਕਹਿਣ ਦੀ ਲੋੜ ਨਹੀਂ ਹੈ ਕਿ ਜਿਹੜੀਆਂ ਸਮਾਜਿਕ ਸੰਸਥਾਵਾਂ ਹਨ ਇਹੀ ਵਿਗਾੜਦੀਆਂ ਹਨ, ਜਾਂ ਫਿਰ ਇਹ ਕਹਿਣ ਦੀ ਲੋੜ ਨਹੀਂ ਸਰਕਾਰ ਨੇ ਹੀ ਕੁਝ ਨਹੀਂ ਕੀਤਾ ਹੋਇਆ। ਤੁਸੀਂ ਆਪਣੇ ਘਰ ਦੀ ਗੱਲ ਆਪਣੇ ਘਰ 'ਚ ਰੱਖੋ ਜੀ। ਉਹਨੂੰ ਜੇ ਨਹੀਂ ਤੁਸੀਂ ਸੁਲਝਾ ਸਕਦੇ, ਇਹ ਲੜ ਬੰਦ ਲਓ ਕਿ ਉਹ ਜਿਹੜਾ ਵੀ ਜੀ ਹੈ, ਚਾਹੇ ਮਰਦ ਹੈ ਚਾਹੇ ਔਰਤ ਹੈ, ਉਹਦੇ ਕੋਲ ਸਹਾਇਤਾ ਹੈ। ਉਹ ਤੁਸੀਂ ਨਹੀਂ ਨਿਪਟਾਓਗੇ, ਉਹ ਇੱਕ ਜਣਾ ਉਹਦੇ ਵਿੱਚੋਂ ਨਿਕਲੇਗਾ ਔਰ ਜਾ ਕੇ ਮਦਦ ਮੰਗੇਗਾ। ਉਹ ਮਦਦ ਜਿਹੜੀਆਂ ਸਮਾਜਿਕ ਸੇਵਾਵਾਂ ਜਿਹੜੀਆਂ ਸੰਸਥਾਵਾਂ ਹਨ ਉਹਨਾਂ ਦਾ ਕੋਈ ਵੀ ਉਦੇਸ਼ ਨਹੀਂ ਹੈ ਕਿ ਉਹਨਾਂ ਦਾ ਕੋਈ ਕਿ ਇਹ ਕੀਤਾ ਹੋਇਆ ਕਿ ਨਹੀਂ ਇਹਨਾਂ ਦਾ ਘਰ ਜੁੜਵਾਉਣਾ ਹੈ। ਉਹਨਾਂ ਦਾ ਘਰ ਜੁੜਵਾਉਣ ਦਾ ਹੀ ਪਰਪਜ਼ ਹੈ। ਅਦਰਵਾਈਜ਼ ਸਾਡੀਆਂ ਸੇਵਾਵਾਂ ਦਾ ਫਾਇਦਾ ਹੀ ਕਿ ਜੇ ਇੱਦਾਂ ਦੀ ਕੋਈ ਗੱਲ ਹੋਵੇ। ਸੋ ਇਟ ਮੀਨਸ ਸੇਵਾਵਾਂ ਦਿੱਤੀਆਂ ਜਾਂਦੀਆਂ ਜਿੱਦਾਂ ਕਿ ਲੋੜ ਹੁੰਦੀ ਹੈ। ਅਤੇ ਸਾਡੀ ਹਮੇਸ਼ਾ ਹੀ ਜਿਹੜੀ ਐਜੂਕੇਸ਼ਨ ਅਤੇ ਅਵੇਅਰਨੈਸ ਬਹੁਤ ਵੱਡਾ ਅਸੀਂ ਉਸ 'ਤੇ ਐਮਫਸਾਈਜ਼ ਕਰਦੇ ਹਾਂ। ਲਗਾਤਾਰ ਅਸੀਂ ਸੈਮੀਨਾਰਸ ਕਰਦੇ ਹਾਂ, ਉਹਦੇ ਵਿੱਚ ਇਹ ਦੱਸਿਆ ਜਾਂਦਾ ਹੈ ਕਿ ਸਾਨੂੰ ਇਹ ਚੀਜ਼ਾਂ ਬਦਲਣੀਆਂ ਪੈਣਗੀਆਂ। ਸਾਡੇ ਸਮਾਜ 'ਚ ਆਪਣੀ ਸੋਚ ਨਹੀਂ ਬਦਲਣੀ ਪਏਗੀ ਕਿ ਜਿਹੜੀ ਔਰਤ ਹੈ ਉਹ ਵਿਆਹੀ ਆਈ ਹੈ ਜਾਂ ਮਰਦ ਹੈ ਔਰਤ ਨਾਲ ਵਿਆਹਿਆ ਹੈ,
ਤੇ ਕੋਈ ਵੀ ਘੱਟ ਤੇ ਜ਼ਿਆਦਾ ਨਹੀਂ ਹੈ। ਐਗਜ਼ੈਕਟਲੀ ਜੀ। ਉਹ ਪਹੀਏ ਇੱਕੋ ਗੱਡੀ ਦੇ ਹਨ, ਗੱਡੀ ਨੂੰ ਵਧੀਆ ਚਲਾਇਆ ਜਾਵੇ ਤੇ ਉਸ ਤਰ੍ਹਾਂ ਦੀ ਅਸੀਂ ਮਦਦ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਤੇ ਉਹਦੇ ਵਿੱਚ ਕੋਈ ਤੇਰ ਮੇਰ ਨਹੀਂ ਹੈ, ਕੋਈ ਇਹ ਨਹੀਂ ਸੋਚਿਆ ਜਾਂਦਾ ਕਿ ਔਰਤ ਹੀ ਠੀਕ ਹੈ ਜਾਂ ਮਰਦ ਹੀ ਠੀਕ ਹੈ, ਕਿਉਂਕਿ ਅਸੀਂ ਕੋਈ ਇਸ ਤਰ੍ਹਾਂ ਦੀ ਕੋਟ ਨਹੀਂ ਆ। ਅਸੀਂ ਕੋਈ ਸਾਡੀ ਜਿਹੜੀਆਂ ਸੇਵਾਵਾਂ ਹਨ, ਜਿੱਥੇ ਲੋੜ ਹੈ ਉੱਥੇ ਅਸੀਂ ਦਿੰਦੇ ਹਾਂ, ਜਿੱਥੇ ਨਹੀਂ ਅਸੀਂ ਦੇ ਸਕਦੇ ਅਸੀਂ ਹੋਰ ਸੰਸਥਾਵਾਂ ਨੂੰ ਵਿੱਚ ਉਹਨਾਂ ਨਾਲ ਰਲ ਕੇ ਕੰਮ ਕੀਤਾ ਜਾਂਦਾ ਹੈ। ਜੀ ਮਨਿੰਦਰ ਜੀ, ਤੁਸੀਂ ਕੀ ਸੋਚਦੇ ਹੋ ਕਿ ਇਟਸ ਆਲ ਅਬਾਊਟ ਦ ਸਾਈਕੀ ਆਫ ਦ ਸੋਸਾਇਟੀ, ਕਿ ਇੱਥੇ ਔਰਤ ਮਰਦ ਦੀ ਜਿਵੇਂ ਇਹਨੇ ਗੱਲ ਕੀਤੀ ਕਿ ਕੋਈ ਉੱਚਾ ਨੀਵਾਂ ਨਹੀਂ ਹੈ। ਜਦੋਂ ਅਸੀਂ ਇੰਡੀਆ ਦੀ ਗੱਲ ਕਰਦੇ ਹਾਂ ਤਾਂ ਇੰਡੀਆ ਵਿੱਚ ਤਾਂ ਸ਼ੁਰੂ ਤੋਂ ਹੀ ਵਿਮਨ ਇੰਪਾਵਰਮੈਂਟ ਦੀ ਘਾਟ ਰਹੀ ਹੈ। ਇੱਥੇ ਫੀਮੇਲ ਫੀਟੀਸਾਈਡ ਹੁੰਦਾ ਰਿਹਾ, ਔਰਤਾਂ ਨਾਲ ਜਬਰ ਜਨਾਹ ਹੁੰਦਾ ਰਿਹਾ, ਵਿਤਕਰੇ ਨੇ ਉਹ ਘਰ ਤੋਂ ਹੀ ਸ਼ੁਰੂ ਹੁੰਦੇ ਰਹੇ ਅਤੇ ਉਸ ਤੋਂ ਬਾਅਦ ਵੀ ਯਾਨੀ ਕਿ ਔਰਤ ਜਿਹੜੀ ਹੈ ਉਹ ਸ਼ੁਰੂ ਤੋਂ ਲੈ ਕੇ ਕਿਸੇ ਨਾ ਕਿਸੇ ਸਹਾਰੇ ਦੀ ਮੁਹਤਾਜ ਰਹੀ। ਪਰ ਵੈਨ ਇਟ ਕਮਸ ਟੂ ਦ ਫੋਰਨ ਐਂਡ ਅਬਰੋਡ ਕੰਟਰੀਜ਼ ਤਾਂ ਉੱਥੇ ਇਹ ਜੋ ਘਰੇਲੂ ਹਿੰਸਾ ਦੇ ਮਾਮਲੇ ਨੇ ਉਹ ਸਾਹਮਣੇ ਕਿਉਂ ਆਏ? ਸਿਰਫ ਬ੍ਰੈਡ ਐਂਡ ਬਟਰ ਦਾ ਸਵਾਲ ਹੁੰਦਾ ਹੈ ਜਾਂ ਜ਼ਰੂਰਤਾਂ ਜਾਂ ਇਸ ਦੇ ਪਿੱਛੇ ਪੈਸਾ ਮੇਨ ਰੀਜ਼ਨ ਹੁੰਦਾ ਹੈ? ਤੁਸੀਂ ਕੀ ਅਬਜ਼ਰਵ ਕੀਤਾ? ਹਾਂਜੀ, ਇਹ ਵੈਸੇ ਜਿਹੜਾ ਸਭ ਤੋਂ ਵੱਡੀ ਗੱਲ ਇਹ ਹੈ ਵੀ ਡਾਈਵੋਰਸ ਰੇਟ ਜਿਹੜਾ ਹੈ ਉਹ ਥੋੜ੍ਹਾ ਜਿਹਾ ਮੈਂ ਨਾਲ ਟੱਚ ਕਰਨਾ ਚਾਹਾਂਗਾ, ਕਿਉਂਕਿ ਡਾਈਵੋਰਸ ਰੇਟ ਇੰਨਾ ਜ਼ਿਆਦਾ ਹੈਗਾ ਬਾਹਰਲੇ ਕੰਟਰੀਜ਼ 'ਚ। ਆਈ ਥਿੰਕ ਇਸ ਵਕਤ 50% ਡਾਈਵੋਰਸ ਰੇਟ ਹੈਗਾ, ਜਿਹੜਾ ਕਿ ਬਹੁਤ ਜ਼ਿਆਦਾ। ਜਦੋਂ ਮੈਂ ਮਾਈਗ੍ਰੇਟ ਕੀਤਾ ਆਸਟ੍ਰੇਲੀਆ ਦੇ ਵਿੱਚ ਅਤੇ ਮੈਂ ਇਮੈਜਿਨ ਨਹੀਂ ਸੀ ਕਰਦਾ ਵੀ ਡਾਈਵੋਰਸ ਕਿਉਂ ਹੁੰਦਾ ਹੈਗਾ, ਪਰ ਸਭ ਮਤਭੇਦ ਹੋ ਜਾਂਦੇ ਹੈਗੇ ਆ। ਕੁਛ ਕੁ ਜੋੜੇ ਜਿਹੜੇ ਹੈ ਆਪਸ 'ਚ ਬੜੇ ਪਿਆਰ ਨਾਲ ਡਾਈਵੋਰਸ ਕਰਕੇ ਅਤੇ ਵੱਖਰੇ ਹੋ ਜਾਂਦੇ ਆ, ਅਤੇ ਕੁਛ ਨੂੰ ਵੱਖਰਾ ਹੋਣਾ ਪੈਂਦਾ ਕਿਉਂਕਿ ਵਾਇਲੈਂਸ ਇਨਵੋਲਵ ਹੁੰਦਾ ਹੈ, ਅਤੇ ਕੁਛ ਨੂੰ ਵੱਖਰਾ ਹੋਣਾ ਪੈਂਦਾ ਕਿਉਂਕਿ ਆਪਸ 'ਚ ਅਣਬਣ ਬਹੁਤ ਜ਼ਿਆਦਾ ਹੋ ਗਈ ਹੈ ਅਤੇ ਉਹ ਆਪਸ 'ਚ ਸੈਟਲ ਨਹੀਂ ਹੋ ਸਕੇ। ਅਤੇ ਜਿਸ ਤਰ੍ਹਾਂ ਤੁਹਾਡਾ ਸਵਾਲ ਹੈ, ਉਹਦਾ ਮੈਂ ਇਹੀ ਸਮਝਦਾ ਹਾਂ ਵੀ ਇਹ ਟਾਈਮ ਸ਼ੁਰੂ ਤੋਂ ਹੀ ਜੇ ਅਸੀਂ ਔਰਤ ਨੂੰ ਜਿਹੜਾ ਹੈ, ਚਾਹੇ ਉਹ ਬਾਹਰਲੇ ਦੇਸ਼ ਹੈ ਚਾਹੇ ਇੰਡੀਆ ਹੈ, ਉਹ ਔਰਤ ਨੂੰ ਨੀਵਾਂ ਦਰਜਾ ਦਿੱਤਾ ਗਿਆ ਹੈ। ਉਹਨੂੰ ਇਹੀ ਸਮਝਿਆ ਗਿਆ ਵੀ ਔਰਤ ਨੇ ਘਰ ਦੇ ਵਿੱਚ ਰਹਿਣਾ ਹੈ, ਬੱਚਿਆਂ ਦੀ ਦੇਖਭਾਲ ਕਰਨੀ ਹੈ ਅਤੇ ਫੈਮਿਲੀ ਨੂੰ ਅੱਗੇ ਵਧਾਉਣਾ ਹੈ। ਅਤੇ ਇਸ ਕਰਕੇ ਅਗੇਨ ਮੈਂ ਇਹੀ ਚੀਜ਼ ਕਹਿਣਾ ਚਾਹਾਂਗਾ, ਕਿਉਂਕਿ ਉਹਨੂੰ ਡਿਪੈਂਡੈਂਸ ਫਿਰ ਆਦਮੀ 'ਤੇ ਹੋ ਗਈ, ਕਿਉਂਕਿ ਉਹ ਰੋਟੀ ਰੋਜ਼ੀ ਦਾ ਉਹ ਮੇਨ ਸਾਧਨ ਬਣ ਗਿਆ ਅਤੇ ਉਹਦੇ ਬਗੈਰ ਘਰ ਨਹੀਂ ਚੱਲ ਸਕਦਾ। ਚਾਹੇ ਔਰਤ ਸਾਰਾ ਕੰਮ ਵੀ ਕਰੇ ਫਿਰ ਵੀ ਉਹਨੂੰ ਔਰਤ ਕਹਿ ਲਓ ਬਈ ਈਗੋ ਫੈਕਟਰ ਜਿਹੜਾ ਹੈ ਆਦਮੀ ਦਾ ਉਹ ਆ ਗਿਆ ਅੱਗੇ, ਵੀ ਮੈਂ ਕਮਾਊ ਹੈਗਾ, ਮੈਂ ਹੀ ਸਭ ਕੁਛ ਘਰ ਨੂੰ ਚਲਾਉਂਦਾ ਹੈਗਾ, ਅਤੇ ਔਰਤ ਜਿਹੜੀ ਹੈ ਇਹ ਜਿਹੜਾ ਕੰਮਕਾਰ ਹੈ ਇਹ ਕੋਈ ਜ਼ਿਆਦਾ ਮੈਨੇ ਨਹੀਂ ਰੱਖਦਾ। ਸੋ ਇਹ ਚੀਜ਼ ਨੇ ਜਦੋਂ ਅਹਿਮ ਹੋ ਗਈ ਔਰ ਔਰਤਾਂ ਨੇ ਜਦੋਂ ਫਾਈਨੈਂਸ਼ੀਅਲੀ ਸਟਰੋਂਗ ਹੋ ਗਈਆਂ ਜਾਂ ਫਾਈਨੈਂਸ਼ੀਅਲੀ ਡਿਪੈਂਡੇਬਲ ਨਹੀਂ ਰਹੀਆਂ ਜਾਂ ਉਹ ਪੜ੍ਹ ਲਿਖ ਗਈਆਂ, ਅਵੇਅਰਨੈਸ ਆ ਗਈ ਅਤੇ ਉਹਨਾਂ ਦੇ ਆ ਕੇ ਇਕੁਅਲੀ ਬੰਦਿਆਂ ਦੇ ਆ ਕੇ ਇਕੁਅਲੀ ਸਟੈਂਡ ਕਰ ਗਈਆਂ। ਉਸ ਵੇਲੇ ਚੀਜ਼ਾਂ ਜਿਹੜੀਆਂ ਡਿਫਰੈਂਟ ਹੋ ਗਈਆਂ, ਉਹਨਾਂ ਨੇ ਆਪਣੇ ਓਪੀਨੀਅਨਸ ਦੇਣੇ ਸ਼ੁਰੂ ਕਰਤੇ ਅਤੇ ਉਹਦੇ ਨਾਲ ਡੋਮੈਸਟਿਕ ਵਾਇਲੈਂਸ ਵੀ ਵਧਿਆ। ਔਰ ਕਿਉਂਕਿ ਆਦਮੀ ਨੂੰ ਆਪਣੀ ਈਗੋ ਜਿਹੜੀ ਸੀ ਉਹ ਘਟਾਉਣੀ ਪਈ, ਜਿਹੜੀ ਕਿ ਮੈਂ ਮੰਨਦਾ ਵੀ ਬਹੁਤ ਔਖੀ ਹੈ ਜੀ। ਇੰਨੀ ਜ਼ਿਆਦਾ ਈਗੋ ਸੀ ਔਰ ਇਹ ਮੇਰੇ ਸਾਹਮਣੇ ਆਇਆ ਵੀ ਈਗੋ ਨੂੰ ਘਟਾਉਣਾ ਬਹੁਤ ਔਖਾ ਹੈ ਜੀ। ਇਹ ਇੱਕ ਤਰ੍ਹਾਂ ਦਾ ਰੋਗ ਹੈ ਅਤੇ ਇਸ ਕਰਕੇ ਇਹ ਚੀਜ਼ਾਂ ਨਾ ਅੱਗੇ ਆਈਆਂ ਔਰ ਉਹਦੇ ਨਾਲ ਡੋਮੈਸਟਿਕ ਵਾਇਲੈਂਸ ਅੱਗੇ ਆਇਆ, ਜਿਹੜਾ ਕਿ ਮੇਨ ਰੀਜ਼ਨ ਮੈਂ ਕਹਿੰਦਾ ਬਈ ਇਕੁਐਲਿਟੀ ਜਦੋਂ ਦੇਣੀ ਪਈ ਤਾਂ ਬਹੁਤ ਸੁਸਾਇਟੀ ਨੂੰ ਤਕਲੀਫ ਹੋਈ, ਸੁਸਾਇਟੀ ਨੂੰ ਬਹੁਤ ਐਡਜਸਟਮੈਂਟ ਕਰਨੀ ਪਈ ਅਤੇ ਕਹਿ ਲਓ ਵੀ ਜਿਹੜਾ ਮਰਦ ਸੀ ਉਹਨੂੰ ਇਹ ਸਹਿਣ ਨਹੀਂ ਹੋ ਸਕਿਆ। ਪਰ ਜਿਹੜੇ ਸਿਆਣੇ ਬੰਦੇ ਹੈ ਉਹਨਾਂ ਨੇ ਕੀ ਕੀਤਾ ਵੀ ਨਹੀਂ, ਇਹ ਜਿਹੜੇ ਵਾਕਈ ਰਿਲੀਜੀਅਸ ਨੂੰ ਮੰਨਦੇ ਹੈ ਔਰ ਉਹਨਾਂ ਦੇ ਜਿਹੜੇ ਵਿਚਾਰ ਹੈਗੇ ਉਹ ਦਿਲਾਂ ਨਾਲ ਮਿਲੇ ਹੋਏ ਹੈ, ਨਾ ਹੀ ਉਹ ਸਿਰਫ ਕਹਿੰਦੇ ਨਹੀਂ ਪਰ ਮੰਨਦੇ ਵੀ ਹੈ, ਅਤੇ ਉਹਨਾਂ ਨੇ ਉਹਨਾਂ ਨੂੰ ਪ੍ਰੋਪਰ ਦਰਜਾ ਦੇ ਕੇ ਬਾਕੀਆਂ ਨੂੰ ਅਵੇਅਰਨੈਸ ਕੀਤੀ ਅਤੇ ਉਹਨਾਂ ਨੂੰ ਇਸ ਕਰਕੇ ਉਹਨਾਂ ਦੇ ਘਰਾਂ ਵਿੱਚ ਬਹੁਤ ਖੁਸ਼ੀਆਂ ਨੇ ਔਰ ਆਪਣੇ ਇੰਜੋਏ ਕਰਦੇ ਹੈ। ਹਸਬੈਂਡ ਵਾਈਫ ਇੱਕ ਦੂਜੇ ਦੀ ਸੁਣਦੇ ਹੈ, ਇੱਕ ਦੂਜੇ ਦੇ ਵਿਚਾਰਾਂ ਨੂੰ ਮੰਨਦੇ ਹੈ ਅਤੇ ਖੁਸ਼ਹਾਲੀ ਹੈ ਉਹਨਾਂ ਦੇ ਘਰਾਂ ਦੇ ਵਿੱਚ। ਬੱਚੇ ਵੀ ਬਹੁਤ ਕਿੰਨੇ ਦੇਖੋ ਉੱਪਰ ਉੱਠਦੇ ਔਰ ਦੂਸਰਿਆਂ ਨੂੰ ਵੀ ਫਾਇਦਾ ਪਹੁੰਚਾਉਂਦੇ ਆ ਜੀ। ਬੜੀ ਖੂਬਸੂਰਤ ਗੱਲ ਇਹਨਾਂ ਨੇ ਇੱਕ ਬੇਸ ਤੋਂ ਉਹ ਗੱਲ ਨੂੰ ਲਿਆ ਹੈ, ਉਸ ਦਾ ਆਨਸਰ ਦਿੱਤਾ ਹੈ ਕਿ ਜਦੋਂ ਔਰਤ ਨੇ
ਔਰਤ ਜਿਹੜੀ ਅਵੇਅਰਨੈਸ ਦੇ ਦੌਰ ਵਿੱਚ ਆ ਗਈ ਤਾਂ ਮਰਦ ਨੂੰ ਬੜੀ ਤਕਲੀਫ ਹੋਈ ਕਿ ਹੁਣ ਇਕੁਐਲਿਟੀ ਦੇ ਵਿੱਚ ਉਹਨੂੰ ਰਹਿਣਾ ਹੋਏਗਾ, 50% ਜੇ ਉਸ ਦਾ ਸ਼ੇਅਰ ਹੈ ਤੇ 50 ਉਹਨੂੰ ਉਹਦੇ ਹੱਕ ਦੇਣੇ ਪੈਣਗੇ। ਇਸ ਤੋਂ ਪਹਿਲਾਂ ਕੀ ਹੁੰਦਾ ਸੀ ਕਿ ਇਹ ਕੇਸਿਸ ਅੱਗੇ ਨਹੀਂ ਆ ਪਾਉਂਦੇ ਸੀ ਕਿਉਂਕਿ ਔਰਤ ਨੂੰ ਅਵੇਅਰਨੈਸ ਨਹੀਂ ਸੀ, ਉਸ ਦੇ ਕੋਲ ਸਾਧਨ ਨਹੀਂ ਸਨ ਕਿ ਉਹ ਆਪਣੀ ਆਵਾਜ਼ ਕਿਤੇ ਬੁਲੰਦ ਕਰ ਸਕੇ। ਹੁਣ ਅੱਜ ਔਰਤ ਕੋਲ ਸਾਰੇ ਸਾਧਨ ਨੇ। ਇਸ ਤੋਂ ਪਹਿਲਾਂ ਉਹ ਮਰਦ ਦੀ ਹਵਸ ਵੀ ਪੀਂਦੀ ਸੀ, ਮਰਦ ਦੀ ਮਾਰ ਵੀ ਖਾਂਦੀ ਸੀ ਔਰ ਉਸਨੂੰ ਹਰ ਤਰੀਕੇ ਨਾਲ ਚੱਲਿਆ ਕਰਦੀ ਸੀ। ਤੁਸੀਂ ਹੁਣ ਇੰਡੀਆ ਆਏ ਹੋਏ ਹੋ ਔਰ ਇੱਥੇ ਆ ਕੇ ਤੁਸੀਂ ਕਾਫੀ ਸਾਰੀ ਸੰਸਥਾਵਾਂ ਦਾ ਦੌਰਾ ਵੀ ਕੀਤਾ ਹੈ, ਪਿੰਗਲਵਾੜਾ ਗਏ ਹੋ, ਡੈਫਨਡਮ ਸਕੂਲ ਗਏ ਹੋ, ਕਿਸ ਤਰ੍ਹਾਂ ਦੇ ਐਕਸਪੀਰੀਅੰਸਿਸ ਰਹੇ ਔਰ ਇੱਥੇ ਆ ਕੇ ਕੀ ਅਬਜ਼ਰਵ ਕੀਤਾ? ਇੱਦਾਂ ਹੋਇਆ ਕਿ ਗੁਰਨੀਤ ਕਿ ਅਸੀਂ ਇਹੋ ਜਿਹੀਆਂ ਸੰਸਥਾਵਾਂ 'ਚ ਗਏ ਕਿ ਜਿੱਥੇ ਕਿ ਬਹੁਤ ਜ਼ਿਆਦਾ ਮੈਨੂੰ ਤਾਂ ਬਾਰ-ਬਾਰ ਇਹ ਯਾਦ ਆਉਂਦਾ ਰਿਹਾ ਕਿ ਗੁਰੂ ਸਾਹਿਬ ਤੁਹਾਡੀਆਂ ਬਹੁਤ ਬਖਸ਼ਿਸ਼ਾਂ ਹਨ, ਬਹੁਤ ਤੁਸੀਂ ਇਸ ਸੰਸਾਰ ਦੇ ਵਿੱਚ ਦਿੱਤਾ ਹੈ, ਤੁਹਾਡੀ ਅਪਾਰ ਸ਼ਕਤੀ ਹੈ ਅਤੇ ਇਹ ਜਿਹੜੇ ਜੀਵ ਇੱਥੇ ਰਹਿੰਦੇ ਹਨ ਇਹਨਾਂ ਦਾ ਵੀ ਪਾਰ ਉਤਾਰਾ ਕਰੋ। ਤੁਹਾਡੀ ਭਰੀਆਂ ਅੱਖਾਂ ਇਸ ਗੱਲ ਦੀ ਗਵਾਹੀ ਭਰ ਰਹੀਆਂ ਨੇ ਕਿ ਪਰਮਾਤਮਾ ਅਸੀਂ ਜਿੱਥੇ ਰੱਖੇ ਗਏ ਹਾਂ, ਜਿੱਥੇ ਰਹਿ ਰਹੇ ਹਾਂ, ਸਾਨੂੰ ਹਰ ਵਕਤ ਸ਼ੁਕਰਾਨਾ ਕਰਨਾ ਚਾਹੀਦਾ ਹੈ ਕਿਉਂਕਿ ਆਪਣੇ ਤੋਂ ਹਮੇਸ਼ਾ ਨੀਵੇਂ ਲੋਕਾਂ ਵੱਲ ਜਦੋਂ ਅਸੀਂ ਦੇਖ ਕੇ ਤੁਰਦੇ ਹਾਂ ਤਾਂ ਲੱਗਦਾ ਹੈ ਕਿ ਅਸੀਂ ਬਹੁਤ ਬੈਟਰ ਪਲੇਸ ਤੇ ਹਾਂ। ਜ਼ਿੰਦਗੀ ਮਾੜੀ ਜੀਣ ਨਾਲੋਂ ਬੈਟਰ ਹੈ ਕਿ ਬੰਦਾ ਮੌਤ ਨੂੰ ਗਲੇ ਲਗਾ ਲੇ, ਪਰ ਮੌਤ ਮੰਗਿਆ ਨਹੀਂ ਮਿਲਦੀ ਹੈ। ਸੋ ਜਦੋਂ NGO ਦੇ ਕੰਟੈਕਸ ਨਾਲ ਗੱਲ ਕਰਦੇ ਹਾਂ, ਦੁਖਿਆਰੇ ਲੋਕਾਂ ਨੂੰ ਮਿਲਣਾ, ਉਹਨਾਂ ਦੇ ਦੁੱਖ ਸੁਣਨੇ ਔਰ ਦੁੱਖ ਉਹਨਾਂ ਨੂੰ ਥੋੜ੍ਹੀ ਰਿਲੀਫ ਦੇਣ ਵੱਲ ਨੂੰ ਜਦੋਂ ਅਸੀਂ ਵੱਧਦੇ ਹਾਂ ਤਾਂ ਇੱਥੇ ਜਿੱਥੇ ਅਸੀਂ ਆਪਣੇ ਵੱਲੋਂ ਇੱਕ ਪੁੰਨ ਕਰ ਰਹੇ ਹੁੰਦੇ ਹਾਂ, ਤੁਹਾਨੂੰ ਸੁਸਾਇਟੀ ਦੇ ਕੁਛ ਮਾੜੇ ਅਨਸਰਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਜੋ ਨਹੀਂ ਚਾਹੁੰਦੇ ਵੀ ਤੁਸੀਂ ਇਸ ਤਰ੍ਹਾਂ ਦੀ ਸੰਸਥਾਵਾਂ ਚਲਾਓ। ਕਈ ਵਾਰ ਲਾਂਛਨ ਵੀ ਲਗਾਏ ਜਾਂਦੇ ਰਹੇ ਹੋਣਗੇ, ਇਸ ਤਰ੍ਹਾਂ ਦਾ ਐਕਸਪੀਰੀਅੰਸ ਨਹੀਂ ਹੋਇਆ? ਮੈਂ ਸੁਣਦੀ ਤਾਂ ਬਹੁਤ ਹਾਂ, ਬਹੁਤ ਮੰਦਭਾਗੀ ਗੱਲ ਹੈ ਕਿ ਜੇ ਇੱਦਾਂ ਦਾ ਹੁੰਦਾ ਹੈ ਜੀ। ਕਿਉਂਕਿ ਜੇ ਤੁਸੀਂ ਸਮਾਜ ਸੇਵਾ ਕਰਨੀ ਹੈ ਤਾਂ ਸਮਾਜ ਸੇਵਾ ਹੀ ਕਰੋ ਜੀ। ਜੇ ਨਹੀਂ ਕਰਨੀ ਤਾਂ ਬਹੁਤ ਹੋਰ ਤਰੀਕੇ ਆ, ਫਿਰ ਉੱਧਰਲੇ ਪਾਸੇ ਹੀ ਰਹੋ ਜੀ। ਕਿਉਂ ਸਮਾਜ ਸੇਵਾ ਦੇ ਓੜ 'ਚ ਆ ਕੇ ਇਹੋ ਜਿਹੀਆਂ ਸ਼ਖਸੀਅਤ ਮਦਰ ਟੈਰੇਸਾ ਵਰਗੀਆਂ ਉਹਨਾਂ ਦੀ ਆਤਮਾ ਨੂੰ ਵੀ ਬਹੁਤ ਦੁੱਖ ਹੋਏਗਾ ਕਿਉਂਕਿ ਜਾਂ ਦਲਾਈ ਲਾਮਾ ਹੈ ਲਾਈਕ ਤੁਸੀਂ ਇਹੋ ਜਿਹੇ ਕੰਮ ਨਾ ਕਰੋ ਕਿ ਜਿਹੜੇ ਕਿ ਉਹਦੀ ਓੜ 'ਤੇ ਆ ਕੇ ਵੀ ਮੂਹਰੇ ਕੁਛ ਹੋਰ ਕਹਿਣਾ, ਪਿੱਛੋਂ ਕੁਛ ਹੈ ਹੋਰ ਹੈ। ਮੈਂ ਸਭ ਤੋਂ ਜ਼ਿਆਦਾ ਇਹ ਕਹਾਂਗੀ ਕਿ ਸਾਨੂੰ ਆਪਣੀ ਸ਼ਖਸੀਅਤ ਨੂੰ ਨਿਖਾਰਨਾ ਹੋਏਗਾ। ਜੀ। ਉਹਨੂੰ ਇੰਨਾ ਨਿਖਾਰੋ ਕਿ ਤੁਸੀਂ ਆਪਣੇ ਆਪ 'ਚ ਇੰਨਾ ਸੋਹਣਾ ਜਵਾਬ ਦੇ ਸਕੋ, ਆਪਣੇ ਆਪ 'ਚ ਤੁਸੀਂ ਉੱਠ ਕੇ ਕਹਿ ਸਕੋ ਕਿ ਗੁਰੂ ਸਾਹਿਬ ਮੈਂ ਇੰਨਾ ਕੀਤਾ, ਤੁਸੀਂ ਮੇਰੇ ਤੋਂ ਕਰਵਾਇਆ, ਬਾਕੀ ਮੇਰੇ ਤੋਂ ਨਹੀਂ ਸਾਮ ਹੁੰਦਾ ਨਾ। ਕਿਉਂਕਿ ਅਸੀਂ ਜਿਹੜਾ ਵੀ ਕੰਮ ਕਰਦੇ ਹਾਂ ਐਜ਼ ਸੰਸਥਾ ਕਹਿ ਲਓ ਜਾਂ ਐਜ਼ ਇੰਡੀਵਿਜੂਅਲੀ, ਇੱਕ ਛੋਟਾ ਜਿਹਾ ਤਿਣਕਾ ਵੀ ਨਹੀਂ ਹੈ, ਤਿਣਕਾ ਮਾਤਰ ਵੀ ਨਹੀਂ ਹੈ ਕਿਉਂਕਿ ਉਹਦੀ ਅਪਾਰ ਸ਼ਕਤੀ ਆ ਅਤੇ ਉਹਦੀ ਅਪਾਰ ਹੀ ਇਨਫਿਨਿਟੀ, ਲਾਈਕ ਗੱਲਾਂ ਹੀ ਕੋਈ ਐਂਡ ਨਹੀਂ ਹੈ। ਜਿੱਥੇ ਅਸੀਂ ਜ਼ੁਲਮ ਦੇਖਦੇ ਹਾਂ ਉਹਨਾਂ ਦਾ ਵੀ ਕੋਈ ਸਾਨੂੰ ਅੰਤ ਨਹੀਂ ਦਿਖਦਾ। ਅਸੀਂ ਪਿੰਗਲਵਾੜੇ ਸਾਹਿਬ ਗਏ ਸੀਗੇ ਅਤੇ ਨਾਲ ਪ੍ਰਭ ਆਸਰਾ ਜਾਂ ਹੋਰ ਕਈ ਸੰਸਥਾਵਾਂ, ਮੈਂ ਨਾਮ ਨਹੀਂ ਲੈਣਾ ਚਾਹੁੰਦੀ ਹਰੇਕ ਦਾ। ਉਹ ਸੰਸਥਾਵਾਂ ਦੇ ਵਿੱਚ ਕਈ ਮੈਨੂੰ ਇਹੋ ਜਿਹੀਆਂ ਸ਼ਖਸੀਅਤ ਨਜ਼ਰ ਆਈਆਂ ਜਿਨ੍ਹਾਂ 'ਚ ਵਾਕਈ ਹੀ ਮਿਲ ਕੇ ਤੁਹਾਨੂੰ ਲੱਗਦਾ ਹੈ ਕਿ ਗੁਰੂ ਸਾਹਿਬ ਕਿਰਪਾ, ਤੁਸੀਂ ਇਹਨਾਂ ਨੂੰ ਅੱਗੇ ਮੂਹਰੇ ਲਾਇਆ ਹੋਇਆ। ਅਤੇ ਬਸ ਜਦੋਂ ਮੈਂ ਸੁਣਦੀ ਹਾਂ ਕਿ ਤੁਹਾਡੇ ਤੋਂ ਤੁਸੀਂ ਪਹਿਲਾਂ ਹੁਣੀ ਕਹਿ ਚੁੱਕੇ, ਦੱਸਿਆ ਕਿ ਕਈ ਸੰਸਥਾਵਾਂ ਦੇ ਓੜ 'ਚ ਔਰਤਾਂ ਜਿਨ੍ਹਾਂ ਨੂੰ ਰੱਖਿਆ ਜਾਂਦਾ ਹੈ ਕਿ ਮੈਨੂੰ ਥੋੜ੍ਹੀ ਦੇਰ ਮੈਂ ਇੱਕ ਸੰਸਥਾ 'ਚ ਗਈ, ਮੈਨੂੰ ਥੋੜ੍ਹੀ ਦੇਰ ਨੀਂਦ ਨਹੀਂ ਆਈ ਰਾਤ ਨੂੰ। ਉਹਦਾ ਕਾਰਨ ਮੈਂ ਦੱਸਦੀ ਹਾਂ ਕਿਉਂ। ਕਿਉਂਕਿ ਮੈਂ ਉੱਥੇ ਦੇਖਿਆ ਕਿ ਔਰਤਾਂ ਜਿਹੜੀਆਂ ਕਿ ਥੋੜ੍ਹਾ ਜਿਹਾ ਮੈਂਟਲੀ ਕਾਫੀ ਡਿਸਟਰਬ ਹਨ, ਉਹ ਡਿਫਰੈਂਟ ਰੇਂਜ ਦੀਆਂ ਸਨ ਅਤੇ ਉਹਨਾਂ ਨੂੰ ਨਲਾ ਧਲਾ ਕੇ ਆਪਣਾ ਉਸ ਸਮੇਂ ਜਦ ਅਸੀਂ ਗਏ ਸੀਗੇ ਅਤੇ ਉੱਥੇ ਕਾਫੀ ਉਹ ਇੱਕ ਕਮਰੇ ਦੇ ਵਿੱਚ ਉਹ ਮੰਜੇ 'ਤੇ ਚੜ੍ਹ ਕੇ ਉਹ ਸਾਰੀਆਂ ਬੈਠੀਆਂ ਸਨ। ਅਤੇ ਮੈਨੂੰ ਉਹੀ ਗੱਲ ਯਾਦ ਆਈ ਕਿ ਇਹ ਗੁਰੂ ਸਾਹਿਬ ਇੱਥੇ ਜਗ੍ਹਾ ਤਾਂ ਇਹਨਾਂ ਨੂੰ ਮਿਲ ਗਈ, ਬਹੁਤ ਸੋਹਣੀ ਤੁਸੀਂ ਦਿੱਤੀ, ਅਤੇ ਇਹਨਾਂ ਦੀ ਰੱਖਿਆ ਵੀ ਕਰਦੇ ਹੋ ਤੁਸੀਂ ਰਾਤਾਂ ਨੂੰ ਜੀ ਜਾਂ ਦਿਨੇ ਜੀ। ਸੋ ਆਮ ਨੋਟ ਸ਼ੋਰ ਮੈਂ ਉੱਥੇ ਮੇਰੀ ਉਹ ਕਹਿ ਲਓ ਕਿ ਪਹੁੰਚ ਨਹੀਂ ਹੈ ਉੱਥੇ ਤੱਕ, ਮੈਨੂੰ ਇਸ ਬਾਰੇ ਨਹੀਂ ਪਤਾ, ਪਰ ਸੁਣੀਦਾ ਹੈਗਾ। ਅਤੇ ਇਹ ਕਹਿ ਸਕਦੇ ਹਾਂ ਕਿ ਡਰ ਕੇ ਰਹੀਏ ਕਿਉਂਕਿ ਸਮਾਂ ਇੰਨਾ ਬਲਵਾਨ ਹੈ ਕਿ ਜੇ ਤੁਸੀਂ ਕਿਸੇ ਨਾਲ ਮਾੜਾ ਕੰਮ ਕਰਦੇ ਹੋ
ਤੇ ਤੁਹਾਡੇ ਨਾਲ ਮਾੜਾ ਹੋਣ 'ਚ ਕੋਈ ਜ਼ਿਆਦਾ ਦੇਰ ਨਹੀਂ ਹੈ। ਜੀ ਉਹ ਕੁਝ ਸੈਕਿੰਡਾਂ ਦੀ ਵੀ ਗੱਲ ਹੋ ਸਕਦੀ ਹੈ। ਜੀ ਤੇ ਬੜੀ ਜਦ ਖੂਬਸੂਰਤ ਸਭ ਗੱਲ। ਇਸ ਤੋਂ ਡਰ ਕੇ ਰਹਿਣਗੇ ਤਾਂ ਮੈਂ ਕਹਿੰਦੀ ਹਾਂ ਆਪਾਂ ਸਾਰੇ ਪਾਰ ਉਤਾਰਾ ਹੋ ਸਕਦਾ ਹੈ। ਜੀ ਬੜੀ ਖੂਬਸੂਰਤ ਗੱਲ ਇਹਨਾਂ ਨੇ ਕੋਡ ਕੀਤੀ ਹੈ। ਅਸੀਂ ਦਰਅਸਲ ਇੱਕ ਫਿਲਮ ਨੂੰ ਸ਼ੂਟ ਕਰਨ ਲਈ ਕਿਤੇ ਗਏ ਸਾਂ ਤੇ ਉੱਥੇ ਅਸੀਂ ਉਹਨੂੰ ਪੁੱਛਿਆ ਕਿ ਤੁਸੀਂ ਪਹਾੜੀ ਦੀ ਟੌਪ ਤੇ ਇੰਨੇ ਸਾਰੇ ਟੈਂਕਰ ਲੈ ਕੇ ਆਉਂਦੇ ਹੋ ਪਾਣੀ ਦੇ। ਉਹ ਕਹਿੰਦੀ ਕਿਉਂਕਿ ਇੱਥੇ ਪਾਣੀ ਸਾਨੂੰ ਮੁਹੱਈਆ ਨਹੀਂ ਕਰਾਇਆ ਜਾਂਦਾ, ਪਾਣੀ ਦੀ ਘਾਟ ਹੈਗੀ, ਇਸ ਕਰਕੇ ਜ਼ਮੀਨ ਤੋਂ ਨੀਚੋਂ ਜਿਹੜੇ ਪਾਣੀ ਦੇ ਟੈਂਕਰ ਨੇ ਉਹ ਭਰ ਕੇ ਮੰਗਵਾਏ ਜਾਂਦੇ ਨੇ। ਤਾਂ ਮੈਂ ਕਿਹਾ ਕਿ ਕਈ ਲੋਕ ਬਹੁਤ ਇਸ ਤਰ੍ਹਾਂ ਕਰਦੇ ਨੇ ਕਿ ਉਹ ਇੱਕ ਇੱਕ ਕੱਪੜਾ ਧੋਣ ਲਈ ਇੱਕ ਬਾल्टी यूज़ कर लेते हैं। तो उस इंसान का बड़ा खूबसूरत जवाब सी कि इन सब चीज़ों का हिसाब आपको अल्लाह ताला को देना पड़ेगा। तुसी अगर पानी की एक बाल्टी भी वेस्ट करते हो थानू जवाब उसका भी देना पैंदा है। सो जेकर असी इन्ने माड़े काम करते हाँ, औरतां ते तशद्दद करते हाँ, खास करके वो औरतां ਜਿਹੜੀਆਂ ਕਿਸੇ ਨੂੰ ਕੁਝ ਦੱਸ ਨਹੀਂ ਸਕਦੀਆਂ, ਮੈਂਟਲੀ ਡਿਸਟਰਬ ਨੇ, ਤਾਂ ਉਹਨਾਂ ਦਾ ਹਸ਼ਰ ਕੀ ਹੁੰਦਾ ਹੋਏਗਾ। ਸੋ ਉਸ ਦੇ ਖਾਤੇ ਦੇ ਵਿੱਚ ਹਰ ਇੱਕ ਚੀਜ਼ ਜਿਹੜੀ ਆ ਉਹ ਲਿਖੀ ਜਾਂਦੀ ਹੈ। ਖੈਰ ਹਰਮਨ ਫਾਊਂਡੇਸ਼ਨ ਦੀ ਅਸੀਂ ਪਾਰਟਿਕੂਲਰਲੀ ਗੱਲ ਕਰੀਏ ਹੁਣ, ਇਸ ਦੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਦੇ ਕੁਝ ਪਲਾਨਸ ਬਣਾਏ ਨੇ, ਅੱਗੇ ਤੁਸੀਂ ਕਿਵੇਂ ਤੁਰਨਾ ਹੈ? ਮੈਂ ਕਰੰਟ ਸਰਵਿਸਿਜ਼ ਬਾਰੇ ਥੋੜੀ ਜਿਹੀ ਗੱਲ ਕਰ ਦੇਵਾਂ ਜੀ। ਇਸ ਵਕਤ ਸਾਡੀਆਂ ਜਿਹੜੀਆਂ ਮੇਜਰ ਸਰਵਿਸਿਜ਼ ਹੈਗੀਆਂ ਜੀ 24/7 ਹੈਲਪਲਾਈਨ ਹੈ ਜੀ, ਜਿਹੜੀ ਕਿ ਆਸਟ੍ਰੇਲੀਆ ਵਾਈਡ ਹੈਗੀ। ਕੋਈ ਵੀ ਬੰਦਾ ਆਸਟ੍ਰੇਲੀਆ ਤੋਂ ਰਿੰਗ ਕਰ ਸਕਦਾ ਹੈ, ਕਿਸੇ ਤਰ੍ਹਾਂ ਦੀ ਵੀ ਉਹਨਾਂ ਨੂੰ ਹੈਲਪ ਚਾਹੀਦੀ ਹੈ ਕਿ ਉਹਦਾ ਨਾ ਹੀ ਹੈਲਪਲਾਈਨ ਹੈ ਇਕਨੋਮਿਕ ਪੁਆਇੰਟ ਆਫ ਵਿਊ ਨਾਲ, ਜਾਂ ਕੋਈ ਡੋਮੈਸਟਿਕ ਇਸ਼ੂ ਹੈਗੇ, ਰਿਲੇਸ਼ਨਸ਼ਿਪ ਇਸ਼ੂਜ਼ ਹੈਗੇ, ਜਾਂ ਕੋਈ ਕਿਸੇ ਚੀਜ਼ ਦੀ ਅਵੇਅਰਨੈਸ ਹੈ, ਜਾਂ ਕੋਈ ਟ੍ਰੇਨਿੰਗ ਕਰਨੀ ਹੈ। ਈਵਨ ਫੋਰਨ ਸਟੂਡੈਂਟਸ ਵੀ ਆਉਂਦੇ ਸਾਡੇ ਕੋਲ ਇੰਡੀਆ ਤੋਂ, ਉਹਨਾਂ ਨੂੰ ਕਿਸੇ ਤਰ੍ਹਾਂ ਦੀ ਸਪੋਰਟ ਚਾਹੀਦੀ ਹੈ, ਜਾਂ ਕਿਸੇ ਤਰ੍ਹਾਂ ਦੀ ਵੀ ਫੂਡ। ਅੱਜ ਕੱਲ੍ਹ ਕੋਵਿਡ ਦੇ ਵਿੱਚ ਬੜਾ ਵੱਡਾ ਚੈਲੰਜ ਸੀ ਵੀ ਕਈ ਕੋਵਿਡ ਅਫੈਕਟਡ ਫੈਮਿਲੀ ਸੀ, ਸਾਨੂੰ ਬਹੁਤ ਕਾਲਸ ਆਉਣੀ ਸ਼ੁਰੂ ਹੋ ਗਈਆਂ ਤੇ ਉਹਦੇ ਨਾਲ ਅਸੀਂ ਵੀ ਕਈ ਆਈਸੋਲੇਟ ਹੈਗੇ, ਉਹ ਘਰ ਫੂਡ ਵੀ ਨਹੀਂ ਬਣਾ ਸਕਦੇ ਤੇ ਸਾਨੂੰ ਉਹਨਾਂ ਤੱਕ ਫੂਡ ਪਹੁੰਚਾਉਣਾ ਹੈ। ਤੇ ਸਾਡੇ ਬੰਨੇ ਅੱਛੇ ਵਲੰਟੀਅਰਸ ਹੈਗੇ ਜਿਹੜੇ ਕਿ ਉਹਨਾਂ ਨੂੰ ਫੂਡ ਪਹੁੰਚਾਉਂਦੇ ਰਹੇ ਹੈਗੇ ਤੇ ਸਾਨੂੰ ਇਸ ਦਾ ਅਸੀਂ ਮਾਣ ਵੀ ਮਹਿਸੂਸ ਕਰਦੇ ਹਾਂ ਤੇ ਅਸੀਂ ਗੁਰੂ ਸਾਹਿਬ ਦੀ ਬਖਸ਼ਿਸ਼ ਵੀ ਮਹਿਸੂਸ ਕਰਦੇ ਹਾਂ ਵੀ ਚਲੋ, ਕਿਉਂਕਿ ਉਹਨਾਂ ਨੂੰ ਹੋਰ ਕੋਈ ਖਾਣ ਦਾ ਸਾਧਨ ਨਹੀਂ ਸੀ ਪਹੁੰਚਾ ਸਕੇ। ਸੋ ਸਾਡੀ ਇੱਕ ਬਹੁਤ ਵੱਡੀ ਮੇਜਰ ਸਰਵਿਸ ਹੈ ਜਿਹੜੀ ਕਿ 24/7 ਹੈਲਪਲਾਈਨ ਹੈ। ਉਸ ਦੇ ਇਲਾਵਾ ਵੂਮੈਨ ਸ਼ੈਲਟਰ, ਜਿਸ ਤਰ੍ਹਾਂ ਹਰਿੰਦਰ ਉਹਨਾਂ ਨੇ ਗੱਲ ਕੀਤੀ ਹੈ ਬਈ, ਉਹ ਅਸੀਂ ਰਨ ਕਰਦੇ ਹਾਂ ਜਿੱਥੇ ਔਰਤਾਂ ਅਤੇ ਉਹਨਾਂ ਦੇ ਬੱਚੇ ਵੀ ਆ ਕੇ ਰਹਿ ਸਕਦੇ ਨੇ। ਉਹਨਾਂ ਨੂੰ ਜੇ ਉਹਨਾਂ ਨੂੰ ਰਹਿਣ ਦੀ ਉੱਥੇ ਲੋੜ ਪਏ ਅਤੇ ਉਹ ਸਾਡਾ ਕਾਉਂਸਿਲ ਵੱਲੋਂ ਅਪਰੂਵਡ ਸ਼ੈਲਟਰ ਹੈ, ਉੱਥੇ ਸਾਰਾ ਧਿਆਨ ਰੱਖਿਆ ਜਾਂਦਾ ਹੈ ਅਤੇ ਉਹ ਔਰਤਾਂ ਨੂੰ ਬਿਲਕੁਲ ਫ੍ਰੀ ਸਰਵਿਸ ਹੈ ਸਾਡੀ। ਉੱਥੇ ਸਾਰਿਆਂ ਤਰ੍ਹਾਂ ਦੀ ਕੇਸ ਮੈਨੇਜਮੈਂਟ ਲਈ ਉੱਥੇ ਸਾਡੇ ਕੋਲ ਇੱਕ ਲੇਡੀ ਮੈਨੇਜਮੈਂਟ ਆਫਿਸਰ ਹੈਗੇ ਜਿਹੜੇ ਕਿ ਉਹਨਾਂ ਨੂੰ ਸਾਰੇ ਕੇਸ ਮੈਨੇਜਮੈਂਟ ਕਰਦੇ ਹੈ ਅਤੇ ਸਾਰੇ ਤਰ੍ਹਾਂ ਦੀ ਉਹਨਾਂ ਦੀਆਂ ਗੱਲਾਂ ਸੁਣ ਕੇ ਅਤੇ ਸਰਵਿਸਿਜ਼ ਪ੍ਰੋਵਾਈਡ ਕਰਦੇ ਹੈ। ਜਿਸ ਤਰ੍ਹਾਂ ਕਿ ਡਾਕਟਰ ਦੀ ਲੋੜ ਹੈ, ਜਾਂ ਸਾਈਕੋਲੋਜੀ ਹੈ, ਜਾਂ ਕੋਈ ਕਾਉਂਸਲਿੰਗ ਹੈ, ਜਾਂ ਕੋਈ ਸੋਸ਼ਲ ਸਰਵਿਸ ਲੋੜ ਹੈ, ਜਾਂ ਕਿਸੇ ਗੌਰਮੈਂਟ ਡਿਪਾਰਟਮੈਂਟ ਨਾਲ ਲਿੰਕ ਕਰਨਾ ਹੈਗਾ, ਜਾਂ ਕਿਸੇ ਤਰ੍ਹਾਂ ਦੀ ਵੀ ਜ਼ਰੂਰਤ ਹੈ ਉਹ ਪੂਰੀਆਂ ਕਰਦੇ ਹੈ ਜਿੰਨਾ ਤੱਕ ਹੋ ਸਕਦਾ ਹੈ। ਜਾਂ ਜੇ ਅਸੀਂ ਸਰਵਿਸ ਸਾਡੀ ਫਾਊਂਡੇਸ਼ਨ ਨਹੀਂ ਕਰ ਸਕਦੀ, ਦੂਸਰੀਆਂ ਆਰਗੇਨਾਈਜੇਸ਼ਨ ਤੋਂ ਅਸੀਂ ਸਪੋਰਟ ਲੈਂਦੇ ਹਾਂ ਜੀ। ਅਤੇ ਇਹ ਸਾਡੀਆਂ ਦੋ ਮੇਜਰ ਸਰਵਿਸਿਜ਼ ਹੈਗੀਆਂ। ਉਸ ਦੇ ਇਲਾਵਾ ਫੂਡ ਸਰਵਿਸ ਹੈਗੀ ਹੈ। ਅਸੀਂ ਸੈਮੀਨਾਰਸ ਅਵੇਅਰਨੈਸ ਨਹੀਂ ਕਰਦੇ ਹਾਂ, ਅਸੀਂ ਹੌਸਪੀਟਲਸ ਵੀ ਜਾਂਦੇ ਹਾਂ ਅਤੇ ਪ੍ਰਿਜ਼ਨਸ ਵੀ ਜਾਂਦੇ ਹਾਂ ਜਿੱਥੇ ਕਿ ਸਾਡੇ ਸਿੱਖ ਭਾਈ ਜਾਂ ਸਾਡੇ ਕੰਟਰੀ ਦੇ ਜਿਹੜੇ ਵਾਸੀ ਹੈਗੇ ਉੱਥੇ ਐਡਮਿਟ ਹੈਗੇ ਹੈ ਔਰ ਉਹਨਾਂ ਨੂੰ ਇਮੋਸ਼ਨਲ ਜਾਂ ਸਪਿਰਿਚੁਅਲ ਸਪੋਰਟ ਦੀ ਲੋੜ ਹੁੰਦੀ ਹੈ। ਉਹਨਾਂ ਨੂੰ ਅਸੀਂ ਗੱਲਬਾਤ ਬੈਠ ਕੇ ਕਰਦੇ ਹਾਂ ਅਤੇ ਉਹਨਾਂ ਨਾਲ ਅਸੀਂ ਰਾਬਤਾ ਪੈਦਾ ਕਰਦੇ ਹਾਂ ਜੀ। ਬਹੁਤ ਆਲਾ ਔਰ ਸਾਡੀਆਂ ਜਿਹੜੀਆਂ ਸ਼ੁਭ ਇੱਛਾਵਾਂ ਨੇ, ਦੁਆਵਾਂ ਨੇ ਤੁਹਾਡੇ ਨਾਲ ਨੇ ਕਿ ਇਸੇ ਤਰ੍ਹਾਂ ਹਰਮਨ ਫਾਊਂਡੇਸ਼ਨ ਜਿਹੜੀ ਹੈ ਉਹ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਔਰ ਲੋਕਾਂ ਦੀ, ਬੇਸਹਾਰਿਆਂ ਦੀ ਇਸੇ ਤਰ੍ਹਾਂ ਨਿਸ਼ਕਾਮ ਸੇਵਾ ਕਰਦੀ ਰਹੀ। ਬਹੁਤ ਬਹੁਤ ਧੰਨਵਾਦ, ਤੁਸੀਂ ਸਟੂਡੀਓ ਵਿੱਚ ਆਏ ਅਤੇ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਜੀ।